ओके बेटे, गुड आफ्टरनून। अच्छा, कल ਆਪਾਂ ਲਾਸਟ ਟਾਈਮ ਕੀਤਾ ਸੀਗਾ ਐਫਐਮ ਰਿਸੀਵਰ, ਉਹਦਾ ਬਲੌਕ ਡਾਇਗਰਾਮ ਆਪਾਂ ਡਿਸਕਸ ਕਰ ਰਹੇ ਸੀ। ਠੀਕ ਹੈ, ਮੈਂ ਇਹਨੂੰ हाँ ਪਹਿਲਾਂ जी। ਕੱਲ ਵੀ ਦੱਸਤਾ ਸੀ, ਆਈ ਮੀਨ ਪਰਸੋਂ, ਤਾਂ ਕੱਲ ਛੁੱਟੀ ਸੀ। ਸੋ हाँ जी। ਆਪਾਂ ਪਹਿਲਾਂ ਤੇ ਦੇਖੋ ਪੀਸੀ ਦੇ ਵਿੱਚ ਥਰਡ ਸੈਮ ਦੇ ਵਿੱਚ ਐਫਐਮ ਦੀ ਜਨਰੇਸ਼ਨ ਤੇ ਟਰਾਂਸਮਿਸ਼ਨ ਦੀ ਗੱਲ ਕੀਤੀ ਹੈ, ਈਵਨ ਮੋਡੂਲੇਟਰ ਤੇ ਡੀਮੋਡੂਲੇਟਰ ਦੀ ਵੀ ਗੱਲ ਕੀਤੀ ਹੈ। ਹੁਣ ਐਜ਼ ਐਫਐਮ ਰਿਸੀਵਰ ਦੇ ਵਿੱਚ ਐਫਐਮ ਸਿਗਨਲ ਨੂੰ ਰਿਸੀਵ ਕਰਨ ਦੀ ਗੱਲ ਕਰਾਂਗੇ। ਹੈਗਾ ਏਐਮ ਰਿਸੀਵਰ ਵਰਗਾ ਹੀ ਆ, ਥੋੜੀ ਜਿਹੀ ਇਹਦੇ ਵਿੱਚ ਜਿੱਦਾਂ ਆਰਐਫ ਸਟੇ, ਜਿੱਦਾਂ ਸੁਪਰ ਹੀਟੋਡਾਈਨ ਦਾ ਕੰਸੈਪਟ ਹੈ। ਜੇ ਏਐਮ ਰਿਸੀਵਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਰਐਫ ਤੇ ਲੋਕਲ ਔਸੀਲੇਟਰ ਤੇ ਮਿਕਸਰ ਦਾ ਤਿੰਨੋਂ ਸਟੇਜਾਂ ਹੁੰਦੀਆਂ, ਈਵਨ ਆਈਐਫ ਵੀ ਹੁੰਦਾ, ਪਰ ਲਿਮਟਰ ਨਹੀਂ ਹੁੰਦਾ। ਠੀਕ ਹੈ, ਲਿਮਟਰ ਨਹੀਂ ਹੁੰਦਾ ਇਹਦੇ हाँ ਵਿੱਚ। जी। ਲਿਮਟਰ ਦੀ ਗੱਲ ਆ ਇੱਥੇ ਦੇਖੋ, ਆਈਐਫ ਐਂਪਲੀਫਾਇਰ ਦਾ ਤਾਂ ਮਸਲਾ ਹੈ ਜਿਹੜਾ ਸਿਗਨਲ ਆਇਆ ਉਹਨੂੰ ਸਿਲੈਕਟ ਕਰ ਲੈਣਾ, ਇਹਦੀ ਸਿਲੈਕਟਿਵਿਟੀ ਜ਼ਿਆਦਾ ਡਿਜ਼ਾਇਰਡ ਸਿਗਨਲ ਨੂੰ, ਉਸ ਤੋਂ ਬਾਅਦ ਐਂਪਲੀਫਾਈ ਕਰਕੇ ਮਿਕਸਰ ਨੂੰ ਦੇ ਦੇਣਾ। ਫਿਰ ਲੋਕਲ ਔਸੀਲੇਟਰ ਨੇ ਸਿਗਨਲ ਇੰਨੀ ਇਹ ਤੋਂ ਵੱਧ ਫ੍ਰੀਕੁਐਂਸੀ ਵਾਲਾ ਸਿਗਨਲ ਜਨਰੇਟ ਕਰਨਾ ਤਾਂ ਕਿ ਸਟੈਂਡਰਡ ਆਈਐਫ ਪ੍ਰੋਡਿਊਸ ਹੋ ਸਕੇ। ਜੇ ਐਫਐਮ ਹੈ 10.7 ਮੈਗਾਹਰਟਸ, ਮਿਕਸਰ ਨੇ ਆਊਟਪੁੱਟ ਕੱਢ ਦੇਣੀ, ਉਹਨੂੰ ਇਹਨੇ ਐਂਪਲੀਫਾਈ ਕਰ ਦੇਣਾ, ਉਹ ਆਈਐਫ ਬਣ ਗਈ। ਤੇ ਅਸਲ 'ਚ ਕੀ ਆ ਕਿ ਪਿੱਛੋਂ ਦੂਰ ਤੋਂ ਸਿਗਨਲ ਆਉਂਦਾ, ਉਹਦੇ ਵਿੱਚ ਨੋਇਜ਼ ਐਡ ਹੋ ਜਾਂਦੀ ਆ, ਕੁਝ ਸਿਸਟਮ ਵਿੱਚ ਹੀ, ਕੁਝ 에ਅਰ ਵਿੱਚ ਹੀ ਨੋਇਜ਼ ਐਡ ਹੋ ਜਾਂਦੀ ਆ। ਉਹਦੇ ਨਾਲ ਕੀ ਆ, ਜਿਹੜਾ ਉੱਦਾਂ ਦਾ ਐਫਐਮ ਜਿਹੜਾ ਸਿਗਨਲ ਆ ਉਹਦਾ ਐਂਪਲੀਟਿਊਡ ਕਾਂਸਟੈਂਟ ਹੀ ਰਹਿੰਦਾ, ਪਰ ਫਿਰ ਵੀ ਮਾੜੀ ਮੋਟੀ ਜਿਹੜੀ ਨੋਇਜ਼ ਆ ਰਿਸੀਵਰ 'ਚ ਆ ਜਾਂਦੀ ਆ, ਤੇ ਜਦੋਂ ਆਉਂਦੀ ਆ ਉਹ ਅਲਟੀਮੇਟਲੀ ਜਿਹੜੀ ਉਹਦੀ ਪਰਫਾਰਮੈਂਸ ਆ ਉਹਨੂੰ ਖਰਾਬ ਕਰਦੀ ਆ। ਉਹਨੂੰ ਲਿਮਿਟ ਕਰਨ ਵਾਸਤੇ ਲਿਮਟਰ ਲਗਾਇਆ ਜਾਂਦਾ। ਠੀਕ ਹੈ, ਠੀਕ ਹੈ, ਲਿਮਟਰ ਲਗਾਇਆ ਜਾਂਦਾ। ਏਜੀਸੀ ਬਾਰੇ ਮੈਂ ਗੱਲ ਕਰੂੰਗਾ ਅੱਜ, ਏਜੀ ਆਟੋਮੈਟਿਕ ਗੇਨ ਕੰਟਰੋਲ। ਠੀਕ ਹੈ, ਆਟੋਮੈਟਿਕ ਗੇਨ ਕੰਟਰੋਲ ਕੀ ਹੁੰਦਾ, ਤੇ ਜਿਹੜੇ ਰਿਸੀਵਰ ਆ ਜੇ ਉਹਨਾਂ ਦਾ ਗੇਨ ਕਾਂਸਟੈਂਟ ਰੱਖੀਏ ਫਿਰ ਕੀ ਪ੍ਰੋਬਲਮ ਆਉਂਦੀ ਆ, ਤੇ ਜੇ ਗੇਨ ਕਾਂਸਟੈਂਟ, ਗੇਨ ਦਾ ਮਤਲਬ ਹੈ ਸੌਰੀ, ਡਿਪੈਂਡ ਕਰਦਾ ਕਿ ਜਿਹੜਾ ਇਨਪੁਟ ਸਿਗਨਲ ਹੈ ਉਹ ਵੀਕ ਹੈ ਜਾਂ ਸਟਰੋਂਗ ਹੈ। ਜੇ ਇਨਪੁਟ ਸਿਗਨਲ ਵੀਕ ਹੈ ਜਾਂ ਸਟਰੋਂਗ ਹੈ ਔਰ ਰਿਸੀਵਰ ਦਾ ਅਸੀਂ ਗੇਨ ਕਾਂਸਟੈਂਟ ਰੱਖਿਆ, ਫਿਰ ਸਾਨੂੰ ਪ੍ਰੋਬਲਮ ਆਊਗੀ। ਤੇ ਜੇ ਰਿਸੀਵਰ ਦਾ ਗੇਨ ਅਸੀਂ ਕਾਂਸਟੈਂਟ ਨਹੀਂ ਰੱਖਿਆ, ਆਟੋਮੈਟਿਕਲੀ ਜਿੱਦਾਂ ਇਨਪੁਟ ਦਾ ਸਿਗਨਲ ਆ, ਚਾਹੇ ਉਹ ਵੀਕ ਹੈ ਚਾਹੇ ਉਹ ਸਟਰੋਂਗ ਹੈ, ਉਹਦੇ ਹਿਸਾਬ ਨਾਲ ਗੇਨ ਐਡਜਸਟ ਹੋਣਾ, ਉਹ ਠੀਕ ਹੈ। ਠੀਕ ਹੈ, ਇਹ ਆਪਾਂ ਇਸ ਤੋਂ ਬਾਅਦ ਮੈਂ ਪੜ੍ਹਦਾ। ਲਿਮਟਰ ਦੀ ਜਿਹੜੀ ਆਊਟਪੁੱਟ ਆ ਉਹ ਐਫਐਮ ਡਿਟੈਕਟਰ ਨੂੰ ਦੇ ਦਿੱਤੀ ਜਾਂਦੀ ਹੈ, ਇਹਨੇ ਰੀਜਨਲ ਸਿਗਨਲ ਕੱਢ ਦੇਣਾ। ਇਸ ਤੋਂ ਬਾਅਦ ਡੀ ਐਮਫਿਸਿਸ, ਕਿਉਂਕਿ ਜਦੋਂ ਅਸੀਂ ਐਫਐਮ ਨੂੰ ਜਨਰੇਟ ਕੀਤਾ ਸੀ, ਮੋਡੂਲੇਟ ਕੀਤਾ ਸੀ ਟਰਾਂਸਮਿਟ ਵੇਲੇ, ਉਸ ਲਈ ਅਸੀਂ ਪ੍ਰੀ ਐਮਫਿਸਿਸ ਕਰਦੇ ਸੀ। ਇੱਥੇ ਅਸੀਂ ਡੀ ਐਮਫਿਸਿਸ ਕਰਨਾ। ਅਸੀਂ ਕੀ ਕਰਦਾ, ਜਿਹੜੀਆਂ ਮੋਡੂਲੇਟਿੰਗ ਸਿਗਨਲਸ ਆ ਉਹਦੀਆਂ ਹਾਈ ਫ੍ਰੀਕੁਐਂਸੀ ਨੂੰ ਐਂਪਲੀਫਾਈ ਕਰਕੇ ਗੇਨ ਵਧਾ ਕੇ ਟਰਾਂਸਮਿਟ ਕਰਦੇ ਸੀ। ਠੀਕ ਹੈ, ਤੇ ਇੱਥੇ ਅਸੀਂ ਉਲਟਾ ਕਰਨਾ। ਇੱਥੇ ਅਸੀਂ ਜਿੰਨਾ ਗੇਨ ਵਧਾਇਆ ਉਹਨੂੰ ਘਟਾਉਣਾ, ਫਿਰ ਉਹ ਆਡੀਓ ਰੇਂਜ 'ਚ ਸਿਗਨਲ ਲੈ ਕੇ ਉਹਨੂੰ ਪਾਵਰ ਵਧਾ ਕੇ ਸਪੀਕਰ ਨੂੰ ਦੇ ਦੇਣਾ। ਠੀਕ ਹੈ, ਸੋ ਇਹਦੀ ਆਪਾਂ ਪਰਸੋਂ ਗੱਲ ਕੀਤੀ ਸੀ। ਸੁਪਰ ਹੀਟੋਡਾਈਨ ਦਾ ਇਹ ਕੰਸੈਪਟ ਹੈ। ਠੀਕ ਹੈ, ਬਹੁਤਾ ਹਾਂ, ਆ ਇਹਦਾ ਮੈਨੂੰ ਲੱਗਦਾ, ਹਾਂ ਯੈਸ, ਆਰਐਫ ਐਂਪਲੀਫਾਇਰ ਦਾ ਸਰਕਟ ਹੈ। ਇਹ ਵੀ ਮੈਂ ਤੁਹਾਨੂੰ ਦੱਸਤਾ ਸੀ ਕੱਲ। ਇਹ ਸਿਗਨਲ ਟੂ ਨੋਇਜ਼ ਰੇਸ਼ੋ ਨੂੰ ਇੰਪਰੂਵ ਕਰਦਾ, ਔਰ ਜਿਹੜੀ ਐਂਟੀਨਾ ਦੀ ਇੰਪੀਡੈਂਸ ਹੈ ਤੇ ਰਿਸੀਵਰ ਦੀ ਇਨਪੁਟ ਇੰਪੀਡੈਂਸ ਹੈ ਉਹਨੂੰ ਇਹ ਮੈਚ ਕਰਦਾ, ਗਰਾਊਂਡਿੰਗ ਦਿੱਤਾ ਆ। ਠੀਕ ਹੈ ਨਾ, ਕਿੱਦਾਂ ਇਨ ਆਰਡਰ ਟੂ ਮੀਟ ਦੀ ਸੈਕੰਡ ਰਿਕੁਆਇਰਮੈਂਟ ਜਾਨੀ ਮੈਚਿੰਗ, ਇਹ ਗਰਾਊਂਡਡ ਬੇਸ ਔਰ ਗਰਾਊਂਡਡ ਗੇਟ ਐਂਪਲੀਫਾਇਰ ਇਜ਼ ਯੂਜ਼ਡ। तो ये सर्किट है ग्राउंडेड गेट एंपलीफायर आ इदा शो कर दिता, पता लगा। ये होंदा की है, ग्राउंडेड गेट या ग्राउंडेड बेस एंपलीफायर वो लो इनपुट इंपीडेंस है जी एंटीना के नाल मैच कर जाती है, और जो मैचिंग हो गई तो फिर मैक्सिमम सिग्नल जो एंटीना तो आ रिसीवर में मिल जाएगा। तो एज द गेट टर्मिनल इज ग्राउंडेड, इनपुट इज आइसोलेटेड फ्रॉम द आउटपुट। हुण ਇਹਦਾ मतलब जो गेट टर्मिनल ਅਸੀਂ ग्राउंड ही कर दिता, जी इनपुट है आउटपुट के दखल नहीं दोगी, वो दोनों आइसोलेट रहणगियां। ठीक नहीं, मतलब इमीडिएटली इदा होंदा ना भी इनपुट सिग्नल के आउण दे नाल जे ग्राउंडिंग नहीं करते तो आउटपुट के प्रॉब्लम आ सकती है। ठीक है, वो आइसोलेशन प्रोवाइड करता। द सर्किट डज नॉट रिक्वायर न्यूट्रलाइजेशन, इट हैज़ लो डिस्टॉर्शन एंड इंप्रेशन इज सिंपल। फ्रीकुएंसी चेंजर या मिक्सर का की रोल है, मैं तुहानूं पहलां ही कहा सी, जिहड़ी लोकल ऑसीलेटर फ्रीकुएंसी ये इनपुट सिग्नल ने घट जाना, तो एफ एम है इतने 88 तो यदी जी फ्रीकुएंसी रेंज है 88 मैगाहर्ट्स है, 108 मैगाहर्ट्स की यदी रेंज है, तो बैंडविड्थ यदी 20 मैगाहर्ट्स है, और इनू ट्यूनिंग रेंज जी इनकमिंग वास्ते घट चाहिए है। ठीक है, ए एम नालों। ठीक है, इस करके इतने ट्रैकिंग की प्रॉब्लम नहीं हैगी। ठीक है, और एंपलीफायर मिक्सर स्टेज नॉर्मली एफ ई डी यूज़ करते जोड़े लैस नॉइजी होंगे। ठीक है,
और ਜਿਹੜੇ ਲੋਕਲ ऑसीलेटर ਆ ਜਨਰਲੀ ਜਾਂ ਤਾਂ ਬਾਈਪੋਲਰ ਟ੍ਰਾਂजिस्टर ਜਾਂ ਕੋਲਪਟ ਜਾਂ ਕਲੈਪ ऑसीलेटर्स यूज़ ਕਰਦੇ ਨਾਰਮਲੀ। ਜਿਹੜੀ IF ਸਟੈਂਡਰਡ ਹੈਗੀ ਆ ਮਿਕਸਰ ਦੀ ਉਹ 10.7 ਮੈਗਾਹਰਟਜ਼ ਆ FM ਦੇ ਵਿੱਚ, ਜਿਹੜੀ AM ਦੇ ਵਿੱਚ ਆ ਉਹ 455 ਤੋਂ ਲੈ ਕੇ 470 ਕਿਲੋਹਰਟਜ਼ ਹੈ। ਇਹ ਫਰਕ ਹੈ FM ਦੇ ਵਿੱਚ ਤੇ AM ਦੇ ਵਿੱਚ। ਕਲੀਅਰ। और बाद ਹੁਣ IF एम्पलीफायर्स ਦੀ IF एम्पलीफायर्स ਤੇ IF एम्पलीफायर used in FM receivers are similar to those used in AM receiver, but IF ਹੈਗੇ ਤਾਂ ਉਹਦੇ ਵਰਗਾ ਹੀ ਆ, ਪਰ ਇਹਦੀ ਬੈਂਡਵਿਡਥ ਉਹਦੇ ਨਾਲੋਂ ਅਲੱਗ। ਇਹਦੀ ਬੈਂਡਵਿਡਥ 10.7 ਮੈਗਾਹਰਟਜ਼ ਹੈ, ਜਿੱਦਾਂ ਇਹਦੀ IF ਦੀ ਜਿਹੜੀ ਐਕਚੁਅਲੀ ਫ੍ਰੀਕੁਐਂਸੀ ਆ IF ਦੀ ਜਿਹੜੀ ਇੰਟਰਮੀਡੀਏਟ ਫ੍ਰੀਕੁਐਂਸੀ ਜਿਹੜਾ FM ਦੇ ਵਿੱਚ ਰਿਸੀਵਰ ਹੈ ਉਹ 10.7 ਹੈ, ਪਰ ਇਹਦੀ ਬੈਂਡਵਿਡਥ ਜਿਹੜੀ 200 ਕਿਲੋਹਰਟਜ਼ ਹੈ। ਜਿਹੜੀ AM ਆ मतलब मीडियम वेव वाला ट्रांसमीटर है और रिसीवर है ਜਿਹੜਾ ਆਪਾਂ ਉੱਥੇ ਜਿੱਥੇ 535 ਕਿਲੋਹਰਟਜ਼ ਤੋਂ ਲੈ ਕੇ 1640 ਕਿਲੋਹਰਟਜ਼ ਜਿਹੜਾ ਮੀਡੀਅਮ ਵੇਵ ਬੈਂਡ ਹੈ, ਜਿਸ ਚ ਸ਼ਾਰਟ ਵੇਵ ਬੈਂਡ ਵੀ ਯੂਜ਼ ਕਰਦੇ ਆ, ਮੀਡੀਅਮ ਵੀ ਯੂਜ਼ ਕਰਦੇ ਆ, ਉੱਥੇ ਜਿਹੜਾ AM ਰਿਸੀਵਰ ਹੈ ਉਹਦੀ ਜਿਹੜੀ IF ਹੈ ਉਹ 435 ਤੋਂ ਲੈ 455 ਤੋਂ 470 ਕਿਲੋਹਰਟਜ਼ ਹੈ। ਸਟੈਂਡਰਡ ਵੈਲਿਊ ਜਿਹੜੀ ਆ ਉਹ 455 ਕਿਲੋਹਰਟਜ਼ ਹੈ, ਪਰ ਉਹਦੀ ਬੈਂਡਵਿਡਥ ਜਿਹੜੀ ਆ ਉਹ 10 ਕਿਲੋਹਰਟਜ਼ ਹੈ। ਇੱਥੇ ਦੇਖੋ ਬੈਂਡਵਿਡਥ ਕਿੰਨੀ ਆ, ਇੱਥੇ ਬੈਂਡਵਿਡਥ 200 ਕਿਲੋਹਰਟਜ਼ ਹੈ ਤੇ IF ਹੈਗੀ 10.7 ਮੈਗਾਹਰਟਜ਼। ਕਲੀਅਰ। ਕਲੀਅਰ ਹੋਇਆ ਬੇਟਾ? ਹੈਲੋ। ਹਾਂਜੀ ਸਰ। ਹਾਂ ਠੀਕ ਹੈ, ਪਤਾ ਲੱਗ ਗਿਆ। ਐਂਪਲੀਟਿਊਡ ਲਿਮਟਰ ਪਹਿਲਾਂ ਮੈਂ ਤੁਹਾਨੂੰ ਕਿਉਂ ਦੱਸਿਆ ਸੀ, ਐਂਪਲੀਟਿਊਡ ਉਹੀ ਹੈ ਨਾ ਜਦੋਂ ਸਿਗਨਲ ਦੂਰ ਤੋਂ ਆਉਂਦਾ ਉਹਦੇ ਵਿੱਚ ਭਾਵੇਂ ਹੀ ਐਂਪਲੀਟਿਊਡ FM ਦਾ ਕਨਸਟੈਂਟ ਰਹਿੰਦਾ, ਪਰ ਸਿਗਨਲ ਦੂਰੋਂ ਆਉਣ ਦੇ ਨਾਲ ਉਹਦੇ ਵਿੱਚ ਮਾੜੀ ਜਿਹੀ ਦੇਖ ਟਰੈਵਲਿੰਗ ਕਰਦਾ ਜਦੋਂ ਨੋਇਜ਼ ਤੇ ਹੋਰ ਅਨਵਾਂਟਡ ਸਿਗਨਲ ਉਹ 'ਚ ਐਡ ਹੋ ਜਾਂਦੇ ਆ, ਜਿਹਦੇ ਕਰਕੇ ਉਹਦਾ ਐਂਪਲੀਟਿਊਡ ਚੇਂਜ ਹੋ ਜਾਂਦਾ। ਸੋ ਇਹ ਜਿਹੜਾ ਅਨਵਾਂਟਡ ਐਂਪਲੀਟਿਊਡ ਆ ਚੇਂਜਸ ਆ ਉਹ FM ਸਿਗਨਲ ਦੇ ਜਿਹੜਾ ਰਿਸੀਵ ਕਰਦੇ ਆ ਉਹ ਤੋਂ ਖਤਮ ਹੋਣੀ ਚਾਹੀਦੀ ਆ, ਤੇ ਮਤਲਬ ਸਿਗਨਲ ਡੀਮੋਡੂਲੇਟ ਹੋਣ ਤੋਂ ਪਹਿਲਾਂ ਜਿਹੜੀ ਮਾੜੀ ਮੋਟੀ ਅਨਵਾਂਟਡ ਸਿਗਨਲ ਜਾਂ ਨੋਇਜ਼ ਆਉਂਦੀ ਆ ਜਿਹਦੇ ਕਰਕੇ ਐਂਪਲੀਟਿਊਡ ਚੇਂਜ ਹੋਣਾ ਮੰਗਦਾ, ਉਹ FM ਸਿਗਨਲ ਦੇ ਰਿਸੀਵ ਹੋਣ ਤੋਂ ਪਹਿਲਾਂ ਡੀਮੋਡੂਲੇਟ ਹੋਣ ਤੋਂ ਪਹਿਲਾਂ ਉਹਨੂੰ ਰਿਮੂਵ ਕਰਨਾ ਜ਼ਰੂਰੀ ਆ। ਠੀਕ ਹੈ, ਤੇ ਜੇ ਨਹੀਂ ਹੁੰਦਾ ਤਾਂ ਫਿਰ ਡਿਸਟੋਰਸ਼ਨ ਆ ਜਾਊਗੀ। ਪਤਾ ਲੱਗ ਗਿਆ? ਕਿਉਂਕਿ ਜਿਹੜਾ FM ਦਾ ਡੀਮੋਡੂਲੇਟਰ ਹੈ, ਅਦਰਵਾਈਜ਼ ਜਿਹੜਾ FM ਦਾ ਜਿਹੜਾ ਡੀਮੋਡੂਲੇਟਰ FM ਦੇ ਆ ਉਹ ਕੱਲੀ ਫ੍ਰੀਕੁਐਂਸੀ ਦੇ ਵਿੱਚ ਚੇਂਜਸ ਨੂੰ ਰਿਸਪੌਂਡ ਨਹੀਂ ਕਰਦੇ, ਉਹ ਜੇ ਐਂਪਲੀਟਿਊਡ ਵਿੱਚ ਚੇਂਜ ਆਈ ਉਹਨੂੰ ਵੀ ਰਿਸਪੌਂਡ ਕਰਦੇ, ਤੇ ਜਿਹੜਾ ਐਂਪਲੀਟਿਊਡ ਚੇਂਜ ਹੋਣਾ ਉਹ ਨੋਇਜ਼ ਕਰਕੇ। ਪਤਾ ਲੱਗ ਗਿਆ? ਹਾਂਜੀ ਸਰ। ਹਾਂ, ਸੋ ਐਂਪਲੀਟਿਊਡ ਲਿਮਟਰ ਜਿਹੜਾ ਆ ਉਹ ਜਿੰਨੇ ਵੀ ਅਨਵਾਂਟਡ ਐਂਪਲੀਟਿਊਡ ਵੇਰੀਏਸ਼ਨਸ ਆ ਉਹਨੂੰ ਰਿਮੂਵ ਕਰਦਾ। ਜਿਹੜਾ ਰਿਸੀਵਡ ਸਿਗਨਲ ਦੇ ਵਿੱਚ ਅਨਵਾਂਟਡ ਐਂਪਲੀਟਿਊਡ ਵੇਰੀਏਸ਼ਨ ਆਉਂਦੀਆਂ ਉਹਨੂੰ ਉਹ ਖਤਮ ਕਰਦਾ। ਕੌਣ? ਐਂਪਲੀਟਿਊਡ ਲਿਮਟਰ। ਪਤਾ ਲੱਗ ਗਿਆ? ਤੇ ਬਲੌਕ ਡਾਇਗਰਾਮ ਦਿਖਾ ਲਿਆ, ਇਹਦਾ ਸਰਕਟ ਨੀਚੇ ਦਿਖਾ ਲਿਆ, ਦੇਖੋ ਆ ਦਿਖਾਇਆ ਇਹਦਾ ਸਰਕਟ। ਆ ਜਿਹੜੀ IF ਤੋਂ ਸਾਨੂੰ ਇਨਪੁਟ ਆ ਰਹੀ ਆ ਇਹ ਤਾਂ IF ਹੀ ਆ ਰਹੀ ਆ, ਠੀਕ ਨਹੀਂ? ਔਰ ਅੱਛਾ ਮਤਲਬ ਜਿਹੜੀਆਂ ਵੀ ਮਾੜੀਆਂ ਮੋਟੀਆਂ ਚੇਂਜਸ ਆਉਣੀਆਂ ਨੋਇਜ਼ ਕਰਕੇ ਉਹ ਖਤਮ ਹੋ ਹੀ ਜਾਣੀਆਂ। ਕਿੱਦਾਂ ਮੈਂ ਦੱਸਣ ਲੱਗਾ, ਉਹ ਘਟ ਜਾਣੀਆਂ। ਇਹਨੂੰ ਨਾ ਇਹਦਾ ਅੱਗੇ ਉਹਨੇ ਟ੍ਰਾਂਸਫਰ ਕਰੈਕਟਰਿਸਟਿਕਸ ਦਿਖਾ ਲਈ ਆ ਲਿਮਟਰ ਦੀ, ਮੈਂ ਦੱਸਣ ਲੱਗਾ। ਆਪਰੇਸ਼ਨ ਆਫ ਦੀ ਲਿਮਟਰ ਸਰਕਟ ਪੈਰਲਲ ਕੰਬੀਨੇਸ਼ਨ RGCG provides leak type bias to the gate of FET। ਉੱਪਰ ਦਿੱਤਾ RGCG, ਆ ਦੋ ਰਜਿਸਟਰ ਤੇ ਕਪੈਸਿਟਰ। ਆ ਦੇਖੋ ਇਹ ਲੀਕ ਟਾਈਪ ਬਾਇਸ ਪ੍ਰੋਵਾਈਡ ਕਰਦੀ ਆ। ਆ ਜਿਹੜਾ FET ਆ ਇਹਦਾ ਗੇਟ ਹੁੰਦਾ, ਜੇ ਟ੍ਰਾਂਜਿਸਟਰ ਹੋਵੇ ਤਾਂ ਉਹਦਾ ਬੇਸ ਹੁੰਦਾ। FET ਮੰਨ ਲਓ ਆ ਇਹਦਾ ਸੋਰਸ ਆ, ਉਹ ਡਰੇਨ ਆ, ਇਹ ਗੇਟ ਆ, ਇਹ ਵੀ ਐਕਟਿਵ ਡਿਵਾਈਸ ਆ। ਇਹਨੇ ਬਾਇਸਿੰਗ ਕਰ ਦੇਣੀ। ਇਹਦੇ ਨਾਲ ਕੀ ਹੋਣਾ, ਡਿਊ ਟੂ ਦਿਸ ਜਿਹੜੀ ਨੈਗੇਟਿਵ ਵੋਲਟੇਜ ਉਹ ਗੇਟ ਤੇ ਪੈਦਾ ਹੋ ਜਾਣੀ ਆ। ਨੈਗੇਟਿਵ ਵੋਲਟੇਜ ਗੇਟ ਤੇ ਹੋਗੀ ਤਾਂ ਉਹ ਕਪੈਸਿਟਰ ਨੂੰ ਮਿਲ ਜਾਣੀ ਆ। ਉੱਪਰ ਲੱਗਾ ਕਪੈਸਿਟਰ, ਉਹ ਦੇਖੋ ਆ ਲੱਗਾ ਨਾ, ਠੀਕ ਹੈ। ਸੋ ਦਿਸ ਵੋਲਟੇਜ ਇਨਕਰੀਜ਼ਸ, ਉਹ ਨੈਗੇਟਿਵ ਵੋਲਟੇਜ ਕਿੱਦਾਂ ਵਧੂਗੀ? ਵਿਦ ਦੀ ਇਨਕਰੀਜ਼ ਇਨ ਦੀ ਸਾਈਜ਼ ਆਫ ਦੀ ਇਨਪੁਟ। ਇਨਪੁਟ ਕਿੱਥੇ ਦਿੱਤੀ ਆ, ਜਿਹੜੀ ਆ ਪਿੱਛੋਂ ਆ ਰਹੀ, ਜਿੱਦਾਂ ਜਿੱਦਾਂ ਇਨਪੁਟ ਵਧੀ ਉਹਦਾ ਸਾਈਜ਼ ਵਧੀ ਜਾਣਾ। ਪਤਾ ਲੱਗ ਗਿਆ? ਮਤਲਬ ਉਹਦਾ ਉਹ ਕਪੈਸਿਟਰ ਦੇ ਕ੍ਰਾਸ ਨੈਗੇਟਿਵ ਵੋਲਟੇਜ ਵਧੀ ਜਾਣੀ ਆ, ਔਰ ਗੇਟ ਟਰਮੀਨਲ ਬਿਕਮਸ ਮੋਰ ਐਂਡ ਮੋਰ ਨੈਗੇਟਿਵ ਹੋ ਜਾਣਾ ਜੇ ਇਨਪੁਟ ਦੇ ਵਿੱਚ ਵਾਧਾ ਹੋ ਗਿਆ ਤਾਂ। ਤੋ ਇਹਦੇ ਨਾਲ ਕੀ ਹੋਣਾ, ਜੇ ਨੈਗੇਟਿਵ ਹੋ ਗਈ ਐਜ਼ ਅ ਰਿਜ਼ਲਟ ਕੀ ਹੋਣਾ, ਜਿਹੜਾ ਐਂਪਲੀਫਾਇਰ ਦਾ ਗੇਨ ਆ ਉਹ ਘਟ ਜਾਣਾ, ਕਿਉਂਕਿ ਨੈਗੇਟਿਵ ਇਨਪੁਟ ਹੋ ਗਈ ਆ। ਫੀਡਬੈਕ ਜਦੋਂ ਹੋਣੀ ਆ ਨੈਗੇਟਿਵ ਹੋ ਗਈ
ਤੇ ਗੇਨ ਘਟ ਜਾਣਾ। ਸੋ ਗੇਨ ਘਟਣ ਦਾ ਮਤਲਬ ਜਿਹੜੀ ਮਾੜੀ ਮੋਟੀ ਫਲਕਚੁਏਸ਼ਨਸ ਹੋਈ ਆ, ਠੀਕ ਹੈ, ਸਿਗਨਲ ਦੇ ਵਿੱਚ ਨੋਇਜ਼ ਐਡ ਕਰਕੇ ਉਹ ਘਟ ਜਾਏਗੀ। ਐਜ਼ ਅ ਰਿਜ਼ਲਟ ਦੀ ਗੇਨ ਆਫ ਦੀ ਐਂਪਲੀਫਾਇਰ ਰਿਡਿਊਸਸ ਵਿਦ ਦੀ ਇਨਕਰੀਜ਼ ਆਫ ਦੀ ਸਾਈਜ਼ ਆਫ ਦੀ ਇਨਪੁਟ, ਦਿਸ ਵਿਲ ਮੇਨਟੇਨ ਦੀ ਆਊਟਪੁੱਟ ਵੋਲਟੇਜ ਕਾਂਸਟੈਂਟ। ਸੋ ਨੈਚੁਰਲੀ ਕਿਉਂਕਿ ਜਿੱਦਾਂ ਇਨਪੁਟ ਸਾਈਜ਼ ਵਧਿਆ ਸੀ, ਉਹਦੇ ਨਾਲ ਜੇ ਅਸੀਂ ਇਹਨੂੰ ਨਹੀਂ ਘਟਾਉਂਦੇ, ਜੇ ਇਹਦੀ ਨੈਗੇਟਿਵ ਵੋਲਟੇਜ ਨਹੀਂ ਬਣਦੀ ਤੇ ਆਊਟਪੁੱਟ ਦੇ ਵਿੱਚ ਫਲਕਚੁਏਸ਼ਨ ਆ ਜਾਣੀ ਤੇ ਉਹ ਕਾਂਸਟੈਂਟ ਨਹੀਂ ਰਹਿਣੀ। ਫਿਰ ਉਹਨੂੰ ਕਾਂਸਟੈਂਟ ਰੱਖਣ ਵਾਸਤੇ ਸਾਨੂੰ ਨੈਗੇਟਿਵ ਵੋਲਟੇਜ ਇਹਦੇ ਕ੍ਰਾਸ ਡਿਵੈਲਪ ਕਰਨੀ ਜ਼ਰੂਰੀ ਹੈ। So, but this amplitude limiting action will take place over a limited range of input signal. ਇਹ ਸਿਰਫ ਥੋੜੀ ਜੀ ਰੇਂਜ, ਇਨਪੁਟ ਸਿਗਨਲ ਦੀ ਥੋੜੀ ਜੀ ਰੇਂਜ ਦੇ ਵਿੱਚ ਹੀ ਇਹ ਲਿਮਿਟਿੰਗ ਐਕਸ਼ਨ ਹੁੰਦਾ। ਮੈਂ ਦੱਸਣ ਲੱਗਾ ਅੱਗੇ, ਆ ਦੇਖੋ ਅੱਗੇ ਟ੍ਰਾਂਸਫਰ ਕਰੈਕਟਰਿਸਟਿਕ ਦਿਖਾ ਲਈ, ਆ ਦੇਖੋ ਇਹਦੇ ਵਿੱਚ ਕੀ ਆ। ਮੈਂ ਥੋੜਾ ਜਿਹਾ ਇਹਨੂੰ ਛੋਟਾ ਕਰਦਾ, ਜੇ ਉਹ ਸਲਾਈਡ ਹੈ, ਯੈਸ ਆ ਦਿਖਾਇਆ। देखो एनू आउटपुट करंट है तो इदा इनपुट वोल्टेज है। तो ये असल च ट्रांसफर करैक्टरिस्टिक्स है लिमिटर सर्किट की। तो आ थले नूं नैगेटिव है। हुण जिद्दां जिद्दां सिग्नल का लैवल वधदा, कैपेसिटर के क्रॉस नैगेटिव बायस वधदा, नैगेटिव बायस वधना जिहड़ा गेन आ वो घटी जाना। पर उन्हें कहा कि आ जिहड़ी रेंज आ इत्थे लिमिटिंग घट आ, इत्थे लिमिटिंग है ही नहीं। सो लिमिटिंग रेंज सिर्फ सिग्नल की एन ए लई आ, लिमिटिंग रेंज सिर्फ सिग्नल की एन ए वास्ते ही है। पता लग गया? क्लीयर हुई गल? क्लीयर हुई गल? हाँ जी सर। हाँ जी सर। हाँ, so as a result of this the gain of the amplifier reduces with the increase in the size of the input। ठीक है, एम्पली एज ए रिजल्ट दी गेन ऑफ दी गेन घट गया, ਉਹਦੀ ਸਾਈਜ਼ ਇਨਪੁਟ ਦੇ ਸਾਈਜ਼ ਵਧਣਾ, तो ਇਹਦੇ ਨਾਲ ਆਊਟਪੁੱਟ ਵੋਲਟੇਜ ਜਿਹੜੀ ਆ ਕਾਂਸਟੈਂਟ ਹੋ ਜਾਊਗਾ। ਹੁਣ ਟ੍ਰਾਂਸਫਰ ਕਰੈਕਟਰ ਜਦੋਂ ਆਪਾਂ ਲਿਮਟਰ ਦੀਆਂ ਦੇਖੀਆਂ, ਇਟ ਸ਼ੋਜ਼ ਦੈਟ ਵਿਦ ਇਨਕਰੀਜ਼ ਇਨ ਦੀ ਇਨਪੁਟ ਸਿਗਨਲ ਸਾਈਜ਼ ਪੀਕ ਐਂਪਲੀਟਿਊਡ ਆਫ ਦੀ ਆਊਟਪੁੱਟ ਕਰੰਟ ਰਿਮੇਨਸ ਕਾਂਸਟੈਂਟ ਬਟ ਦੀ ਆਊਟਪੁੱਟ ਕਰੰਟ ਫਲੋਜ਼ ਫॉर ए ਸ਼ਾਰਟਰ ਪੀਰੀਅਡ। ਇਹ ਮੈਂ ਦੱਸ ਹੀ ਦਿੱਤਾ ਤੁਹਾਨੂੰ। ਕਲੀਅਰ ਹੋ ਗਈ ਗੱਲ? ਆ ਦੇਖੋ, हाँ जी सर। ਲਿਮਟਰ ਸਰਕਟ ਦਾ ਜਿਹੜਾ ਰਿਸਪੌਂਸ ਹੈ, ਐਨ ਏ ਵਿੱਚ ਤਾਂ ਕੋਈ ਲਿਮਟਿੰਗ ਹੈ ਹੀ ਨਹੀਂ, ਸਿਰਫ ਐਕਸ ਤੋਂ ਲੈ ਕੇ ਵਾਈ ਤੱਕ ਐਨ ਏ ਪੀਰੀਅਡ ਵਾਸਤੇ ਇਹ ਆ ਲਿਮਟਿੰਗ ਥ੍ਰੈਸ਼ਹੋਲਡ ਹੈ। ਇਸ ਤੋਂ ਬਾਅਦ ਨਾ ਐਕਸ ਤੋਂ ਬਿਲੋ ਤੇ ਨਾ ਵਾਈ ਤੋਂ ਉੱਪਰ, ਇੱਥੇ ਕੋਈ ਲਿਮਟਿੰਗ ਨਹੀਂ। ਇੱਥੋਂ ਥੋੜਾ ਜਿਹਾ ਸਿਗਨਲ ਰਾਈਜ਼ ਕਰਦਾ ਜਦੋਂ ਵੋਲਟੇਜ ਹੈ, तो इस लिमिटिंग रेंज में वो कॉन्सटेंट रहिंदा ते इस तो बाद वो डाउन हो जाता। ये लिमिटर का रिस्पॉन्स है। क्लीयर हुई गल? जिद्दां हुण इनपुट वोल्टेज वधी है, इन्हें घट जाना। समझ आई? तो इत्थों भी तो इनपुट वोल्टेज वध ही रही है। देखो इनपुट वोल्टेज वधन दे नाल जिहड़ी आ कैपेसिटर दे क्रॉस जो नैगेटिव वोल्टेज वधदी है ना, उहदे नाल गेन घट जाता ते आउटपुट साडी इन्ने पीरियड तो इन्ने पीरियड तक कॉन्सटेंट रहिंदी है। क्लीयर हुई गल? हाँ बच्चों? हाँ जी सर। हाँ ठीक है। हाँ जी। तो हाँ ये सीगा। अगे आपां पढ़ते हैं ऑटोमैटिक गेन कंट्रोल। जस्ट सैकंड होल्ड करो, एक मिनट, बाहर बच्चे खड़े आ, जस्ट सैकंड। कौशिक? हाँ जी बेटे, हेलो। हाँ जी सर। हाँ स्टूडेंट्स, हाँ जी सर। हाँ जी सर। ਹੁਣ ਆਪਾਂ ਰੇਡੀਓ ਰਿਸੀਵਰ ਦੇ ਵਿੱਚ, ਰੇਡੀਓ ਰਿਸੀਵਰ ਹੋਇਆ, ਈਵਨ ਟੈਲੀਵਿਜ਼ਨ ਰਿਸੀਵਰ ਵੀ ਹੁੰਦਾ, ਟੀਵੀ ਵੀ ਤਾਂ ਰਿਸੀਵਰ ਹੈ, ਰੇਡੀਓ ਵੀ ਰਿਸੀਵਰ ਹੈ। ਰੇਡੀਓ ਰਿਸੀਵਰ ਚਾਹੇ ਮੀਡੀਅਮ ਵੇਵ ਤੇ ਚੱਲੇ, ਜਿਹਨੂੰ AM ਕਹਿੰਦੇ ਆ, ਚਾਹੇ FM ਤੇ ਚੱਲੇ, ਠੀਕ ਹੈ, ਰਿਸੀਵਰ ਹੀ ਨੇ। ਸਾਰਿਆਂ ਦੇ ਵਿੱਚ ਆਹ ਸਰਕਟ ਹੁੰਦਾ ਆਟੋਮੈਟਿਕ ਗੇਨ ਕੰਟਰੋਲ ਸਰਕਟ। ਆਟੋਮੈਟਿਕ ਗੇਨ ਇਹ AGC ਕਿਉਂ ਪ੍ਰੋਵਾਈਡ ਕੀਤੀ ਜਾਂਦੀ? ਮੈਂ ਤੁਹਾਨੂੰ ਥਰਡ ਸੈਮ ਦੇ ਵਿੱਚ ਜਿੱਥੇ ਡੀਮੋਡੂਲੇਟਰ ਕਰਾਇਆ ਸੀ, ਉੱਥੇ AFC ਵੀ ਕਰਾਇਆ ਸੀ, ਆਟੋਮੈਟਿਕ ਫ੍ਰੀਕੁਐਂਸੀ ਕੰਟਰੋਲ। ਠੀਕ ਹੈ, ਸਕੇਅਰ ਲਾ ਤੇ ਜਿੱਥੇ ਸਵਿਚਿੰਗ ਡੀਮੋਡੂਲੇਟਰ ਪੜ੍ਹੇ ਸੀ ਆਪਾਂ, ਉੱਥੇ ਆਪਾਂ ਆਟੋਮੈਟਿਕ ਫ੍ਰੀਕੁਐਂਸੀ ਕੰਟਰੋਲ ਵੀ ਪੜ੍ਹਿਆ ਸੀ। ਹਾਂ ਠੀਕ ਹੈ, ਓਕੇ। ਹੁਣ ਦੇਖੋ ਇਹ AGC ਪ੍ਰੋਵਾਈਡ ਕਿਉਂ ਕੀਤਾ ਜਾਂਦਾ ਔਰ ਇਹਦੀ ਕੀ ਰੋਲ ਹੈ? The signals from various radio signals reaching at the receiver input are not of same strength। मान लो ਤੁਹਾਡੇ ਕੋਲ ਰੇਡੀਓ ਰਿਸੀਵਰ ਹੈ, ਤੁਹਾਨੂੰ ਕਿਹੜਾ ਕਿਤੇ ਇੱਕ ਸਟੇਸ਼ਨ ਤੋਂ ਸਿਗਨਲ ਮਿਲਣਾ,
ਤੁਹਾਨੂੰ ਜਲੰਧਰੋਂ ਵੀ ਮਿਲ ਸਕਦਾ, ਸ਼ਿਮਲੇ ਤੋਂ ਵੀ ਮਿਲ ਸਕਦਾ, ਦਿੱਲੀ ਰੇਡੀਓ ਤੋਂ ਮਿਲ ਸਕਦਾ, ਬੰਬੇ ਰੇਡੀਓ ਤੋਂ ਮਿਲ ਸਕਦਾ, ਠੀਕ ਹੈ। ਹੋਰ ਬਹੁਤ ਸਾਰੇ ਸਟੇਸ਼ਨ, ਵੇਰੀਅਸ ਰੇਡੀਓ ਸਟੇਸ਼ਨ ਤੋਂ ਤੁਹਾਨੂੰ ਸਿਗਨਲ ਪਹੁੰਚਦੇ ਆ ਰੇਡੀਓ ਰਿਸੀਵਰ ਦੀ ਇਨਪੁਟ ਤੇ, ਪਰ ਸਾਰਿਆਂ ਦੀ ਸਟਰੈਂਥ ਸੇਮ ਨਹੀਂ ਹੁੰਦੀ। ਇਹ ਨੋਟ ਕੀਤਾ ਕਦੀ? ਸਾਰਿਆਂ ਦੀ ਸਿਗਨਲ ਸਟਰੈਂਥ ਸੇਮ ਨਹੀਂ ਹੁੰਦੀ। ਤਾਂ ਕੀ ਹੁੰਦਾ ਉਹਦੇ ਨਾਲ? ਸਿਗਨਲਸ ਫਰੋਮ ਦਾ ਸਟਰੋਂਗ ਸਟੇਸ਼ਨਸ ਉਹ ਸਟਰੋਂਗ ਹੁੰਦੇ ਆ, ਤੇ ਜਿਹੜੇ ਵੀਕ ਸਟੇਸ਼ਨ ਤੋਂ ਆ ਉਹ ਵੀਕ ਹੁੰਦੇ ਆ। ਹੁਣ ਕੀ ਕਰੀਏ? ਅਗਰ ਅਸੀਂ ਰਿਸੀਵਰ ਦਾ ਗੇਨ ਕਾਂਸਟੈਂਟ ਕਰ ਲੈਂਦੇ ਆ, then receiver output will fluctuate proportional to the strength of the input signal। ਹੁਣ ਮੰਨ ਲਓ ਜਿਹੜਾ ਤੁਹਾਡਾ ਰੇਡੀਓ ਰਿਸੀਵਰ ਹੈ, ਤੁਸੀਂ ਤੁਹਾਨੂੰ ਅਲੱਗ-ਅਲੱਗ ਸਟੇਸ਼ਨ ਤੋਂ ਸਿਗਨਲ ਆ ਰਿਹਾ, ਕਿਸੇ ਦੀ ਸਟਰੈਂਥ ਵੱਧ ਆ, ਕਿਸੇ ਦੀ ਘੱਟ। ਜੇ ਜਿਹੜਾ ਤੁਹਾਡਾ ਰੇਡੀਓ ਰਿਸੀਵਰ ਹੈ, ਜੇ ਦਾ ਤੁਸੀਂ ਉਹਦਾ ਗੇਨ ਕਾਂਸਟੈਂਟ ਰੱਖਿਆ ਆ ਜਾਂ ਫਿਕਸਡ ਗੇਨ ਆ, ਫਿਰ ਤੁਹਾਡੇ ਰੇਡੀਓ ਰਿਸੀਵਰ 'ਚ ਪ੍ਰੋਬਲਮ ਹੋਣੀ ਆ, ਕਿਉਂਕਿ ਜਦੋਂ ਸਿਗਨਲ ਵੱਧ ਗਿਆ, ਤੁਹਾਡੀ ਜਿਹੜੀ ਸਿਗਨਲ ਦੀ ਜਿਹੜੀ ਰੇਡੀਓ ਰਿਸੀਵਰ ਦੀ ਜਿਹੜੀ ਆਊਟਪੁੱਟ ਹੈ ਉਹ ਵੱਧ ਜਾਣੀ ਆ, ਤੇ ਜੇ ਸਿਗਨਲ ਪਿੱਛੋਂ ਘਟ ਗਿਆ, ਕਮਜ਼ੋਰ ਹੋ ਗਿਆ, ਤੇ ਤੁਹਾਡੇ ਰੇਡੀਓ ਰਿਸੀਵਰ ਦੀ ਆਊਟਪੁੱਟ ਜਿਹੜੀ ਘਟ ਜਾਣੀ ਆ। ਇਹਦੇ ਨਾਲ ਪ੍ਰੋਬਲਮ ਆਊਗੀ। ਇਹ ਪ੍ਰੋਬਲਮ ਨਹੀਂ, ਪ੍ਰੋਬਲਮ ਹੈ ਨਾ। ਮੰਨ ਲਓ ਜਿਹੜੀ ਆਊਟਪੁੱਟ ਹੈ ਉਹ ਸਿਗਨਲ ਦੀ ਸਟਰੈਂਥ ਦੇ ਪ੍ਰਪੋਰਸ਼ਨਲ ਹੀ ਫਲਕਚੁਏਟ ਕਰੂਗੀ ਰਿਸੀਵਰ, ਔਰ ਇਹ ਇੱਛਾਯੋਗ ਨਹੀਂ ਆ, ਦਿਸ ਇਜ਼ ਨਾਟ ਡਿਜ਼ਾਇਰੇਬਲ। ਫਿਰ ਕੀ ਕਰੀਏ? ਸੋ ਆਟੋਮੈਟਿਕ ਗੇਨ ਕੰਟਰੋਲ ਇਜ਼ ਯੂਜ਼ਡ ਟੂ ਐਡਜਸਟ ਦੀ ਰਿਸੀਵਰ ਗੇਨ ਆਟੋਮੈਟਿਕਲੀ। ਹੁਣ ਕੀ ਕਰੀਏ? ਇਸੇ ਕਰਕੇ ਅਸੀਂ AGC ਪ੍ਰੋਵਾਈਡ ਕਰਦੇ ਆ, ਤਾਂ ਕਿ ਉਹ ਪਿੱਛੋਂ ਸਿਗਨਲ ਅਗਰ ਜੇ ਵੀਕ ਆਵੇ ਤੇ ਰਿਸੀਵਰ ਨੇ ਆਟੋਮੈਟਿਕਲੀ ਗੇਨ ਉਹਦਾ ਵਧਾ ਦੇਣਾ, ਤੇ ਜੇ ਸਟਰੋਂਗ ਆਵੇ ਤੇ ਉਹਦਾ ਗੇਨ ਘਟਾ ਦੇਣਾ। ਸਮਝ ਆ ਗਈ? ਹਾਂਜੀ ਸਰ, ਆ ਗਈ। ਹਾਂ, ਸੋ ਐਸ ਟੂ ਕੀਪ ਦੀ ਰਿਸੀਵਰ ਆਊਟਪੁੱਟ, ਤਾਂ ਕਿ ਸਾਡੀ ਰਿਸੀਵਰ ਦੀ ਜਿਹੜੀ ਆਊਟਪੁੱਟ ਆ ਉਹ ਹੁਣ ਕਾਂਸਟੈਂਟ ਰਵੇ, ਬੇਸ਼ੱਕ ਇਨਪੁੱਟ ਸਿਗਨਲ ਦੀ ਸਟਰੈਂਥ ਦੇ ਵਿੱਚ ਚੇਂਜ ਆਈ ਜਾਵੇ। ਪਤਾ ਲੱਗ ਗਿਆ? ਕਹਿੰਦਾ ਨਹੀਂ, ਇਰਰਿਸਪੈਕਟਿਵ ਆਫ ਦੀ ਸਟਰੈਂਥ ਆਫ ਦੀ ਇਨਪੁੱਟ ਸਿਗਨਲ। ਹੁਣ ਚਾਹੇ ਇਨਪੁੱਟ ਸਿਗਨਲ ਚਾਹੇ ਵੀਕ ਹੋਵੇ ਚਾਹੇ ਕਮਜ਼ੋਰ ਹੋਵੇ, ਤੇ ਜੇ ਅਸੀਂ ਆਟੋਮੈਟਿਕ ਗੇਨ ਕੰਟਰੋਲ ਲਗਾਇਆ ਹੋਊਗਾ ਤੇ ਸਾਡਾ ਰਿਸੀਵਰ ਆਊਟਪੁੱਟ ਕਾਂਸਟੈਂਟ ਹੀ ਕੱਢੂਗਾ। ਤੇ ਜੇ ਅਸੀਂ ਨਹੀਂ ਲਗਾਉਂਦੇ, ਮੰਨ ਲਓ ਜੇ ਇੱਥੇ ਰਿਸੀਵਰ ਦਾ ਗੇਨ ਜੇ ਕਾਂਸਟੈਂਟ ਰੱਖ ਲਿਆ, ਫਿਕਸਡ ਰੱਖ ਲਿਆ, ਫਿਰ ਪ੍ਰੋਬਲਮ ਆਊਗੀ। ਤੇ ਇਸ ਕਰ ਹੁਣ ਆਪਾਂ ਟਾਈਪਸ ਪੜ੍ਹਦੇ ਦੋ ਤਰ੍ਹਾਂ ਦੀ, ਇੱਕ ਸਿੰਪਲ, ਇੱਕ ਡਿਲੇਡ। ਇੱਕ ਸਿੰਪਲ AGC ਹੁੰਦਾ, ਇੱਕ ਆਟੋਮੈਟਿਕ ਡਿਲੇਡ ਆਟੋਮੈਟਿਕ ਆ। ਸਿੰਪਲ ਦੇ ਵਿੱਚ ਕੀ ਆ? ਆਹ ਡਾਇਗਰਾਮ ਦਿਖਾ ਲਈ ਆਪਨੇ, ਪਹਿਲਾਂ ਡਾਇਗਰਾਮ ਦੇਖੋ, ਡਾਇਗਰਾਮ ਦੇਖੋ। ਇੱਥੇ ਆਹ ਦਿੱਤਾ ਜਿੱਦਾਂ ਇੱਦਾਂ ਐਕਸ ਐਕਸਿਸ ਦੇ ਦਿੱਤਾ ਉਹਨੇ ਸਟਰੈਂਥ ਆਫ ਦੀ ਇਨਕਮਿੰਗ ਸਿਗਨਲ। ਇਹਦਾ ਮਤਲਬ ਇੱਥੇ ਸਟਰੈਂਥ ਘੱਟ ਹੈ, ਜਿੱਦਾਂ ਜਿੱਦਾਂ ਐ ਨੂੰ ਆਉਂਦੇ ਸਟਰੈਂਥ ਵੱਧਦੀ ਹੈ। ਕਿਹਦੀ? ਇਨਕਮਿੰਗ ਸਿਗਨਲ ਦੀ, ਜਿਹੜਾ ਤੁਹਾਡੇ ਰੇਡੀਓ ਰਿਸੀਵਰ ਨੇ ਰਿਸੀਵ ਕਰਨਾ। ਹੁਣ ਉਹਦੇ ਕੋਰਸਪੋਂਡਿੰਗ ਜਿਹੜਾ ਤੁਹਾਡਾ ਰੇਡੀਓ ਰਿਸੀਵਰ ਹੈ ਉਹਨੇ ਆਊਟਪੁੱਟ ਵੀ ਤਾਂ ਕੱਢਣੀ ਹੈ ਨਾ। ਆਹ ਉਹਦੀ ਆਊਟਪੁੱਟ ਹੈ। ਕਲੀਅਰ ਹੋਈ? ਕਲੀਅਰ ਹੋਈ ਗੱਲ? ਠੀਕ ਹੈ ਸਰ। ਹਾਂ, ਯੈਸ ਸਰ। ਹਾਂ, ਹੁਣ ਤੁਸੀਂ ਨੋਟ ਕਰੋ ਵੀ ਜਿੱਦਾਂ ਹੀ ਇਨਕਮਿੰਗ ਸਿਗਨਲ ਜਿਹੜੀ ਆ ਉਹਦੀ ਸਟਰੈਂਥ ਵਧ ਰਹੀ ਹੈ, ਜੇ ਤਾਂ ਅਸੀਂ AGC ਕੋਈ ਵੀ ਨਹੀਂ ਪ੍ਰੋਵਾਈਡ ਕੀਤੀ, ਇਹ ਤਾਂ ਸਿੱਧਾ ਹੀ ਜਾਊ। ਉਹ ਮੰਨ ਲਓ ਆਊਟਪੁੱਟ ਵਧੀ ਜਾਣੀ ਹੈ, ਜਿੱਦਾਂ ਸਟਰੈਂਥ ਵਧੀ ਜਾਂਦੀ ਹੈ ਆਊਟਪੁੱਟ ਵਧੀ ਜਾਂਦੀ, ਜਾਣੀ ਇੱਥੇ ਕੋਈ AGC ਨਹੀਂ ਅਪਲਾਈ ਕੀਤਾ। ਪਰ ਜੇ ਸਿੰਪਲ AGC ਦੀ ਗੱਲ ਕਰੀਏ, ਨੋ ਡਾਊਟ ਆਊਟਪੁੱਟ ਵੱਧਦੀ ਆ, ਪਰ ਇੰਨੀ ਤੇਜ਼ੀ ਨਾਲ ਨਹੀਂ ਜਿੱਦਾਂ ਮੰਨ ਲਓ ਜਿੱਦਾਂ ਬਿਲਕੁਲ ਹੀ AGC 'ਚ ਅਪਲਾਈ ਨਹੀਂ ਕੀਤਾ ਸੀ ਉੱਦਾਂ। ਇੱਕ ਹੈਗਾ, ਤੁਸੀਂ ਨੋਟ ਕਰੋ, ਆ ਆਈਡੀਅਲ ਜਿੱਥੇ A ਪੁਆਇੰਟ ਹੈ, ਉਹ ਕਹਿੰਦਾ ਜੇ ਇਨਪੁੱਟ ਸਿਗਨਲ ਦੀ ਸਟਰੈਂਥ ਵੱਧਦੀ ਵੀ ਜਾਏ ਤਾਂ ਨੋ ਪ੍ਰੋਬਲਮ, ਕੋਈ ਪ੍ਰੋਬਲਮ ਨਹੀਂ। ਪਰ ਫਿਰ ਬਿਯੋਂਡ A, ਫਿਰ ਜੇ ਸਿਗਨਲ ਸਟਰੈਂਥ ਵਧੀ, ਹੁਣ ਆਹ ਦੇਖ ਆਊਟਪੁੱਟ ਲੈਵਲ ਕਾਂਸਟੈਂਟ ਹੋ ਗਿਆ। ਕਲੀਅਰ ਹੋਈ ਗੱਲ? ਉਹ ਵਧੀ ਜਾਂਦਾ ਪਰ A ਤੋਂ ਬਾਅਦ ਉਹ ਕਾਂਸਟੈਂਟ ਹੈ। ਇੱਕ ਹੈਗਾ ਡਿਲੇਡ, ਅਪ ਟੂ B ਤੱਕ ਦਾ ਕੋਈ ਪ੍ਰੋਬਲਮ ਨਹੀਂ, ਕਹਿੰਦਾ ਕੋਈ ਗੱਲ ਨਹੀਂ, B ਤੱਕ ਦਾ ਉਹਨੂੰ ਫੋਲੋ ਹੀ ਨਹੀਂ ਕਰਦਾ, ਉਹ ਗੱਲ। ਪਰ B ਤੋਂ ਬਾਅਦ A ਤੋਂ ਥੋੜਾ ਜਿਹਾ ਪਹਿਲਾਂ ਜਾਨੀ ਲੇਟ ਕਹਿ ਲਓ ਲਈਏ, ਠੀਕ ਹੈ, ਇਹ ਕਰੇਗਾ ਤਾਂ ਸਹੀ, ਪਰ ਥੋੜਾ ਜਿਹਾ ਡਿਲੇਡ ਵੇ ਦੇ ਨਾਲ ਗੇਨ ਪ੍ਰੋਵਾਈਡ ਕਰੇਗਾ, ਫੇਰ ਜਾ ਕੇ ਆਊਟਪੁੱਟ ਕਾਂਸਟੈਂਟ ਹੋਊਗੀ। ਸਮਝ ਆ ਗਈ? ਜਾਨੀ ਆ ਇੱਕ ਆਈਡੀਅਲ ਹੈ, ਆਦਰਸ਼ ਹੈ, ਪਰਫੈਕਟ ਹੈ। ਇਦਾਂ ਜਿਹੜਾ ਸਿਸਟਮ ਹੈ ਇਦਾਂ ਹੋ ਹੀ ਨਹੀਂ ਸਕਦਾ। ਇਹ ਨਹੀਂ ਵੀ ਇਹ ਤੋਂ ਇਮੀਡੀਏਟਲੀ ਉਹ ਨਾਲ ਹੀ ਉਹ ਕਾਂਸਟੈਂਟ ਆਊਟਪੁੱਟ ਦੇਵੇ, ਪਰ ਜਿਹੜੇ ਬਹੁਤ ਸੋਫਿਸਟੀਕੇਟਡ ਵਧੀਆ ਸਰਕਟ ਆ ਉਹਦੇ ਵਿੱਚ ਇਹ ਗੱਲ ਹੈ ਵੀ। ਸਮਝ ਆਈ? ਇਹ ਸੀਗੀ AGC ਕਰੈਕਟਰਿਸਟਿਕਸ, ਇਨਕਮਿੰਗ ਸਿਗਨਲ ਸਟਰੈਂਥ ਦੇ ਅਗੇਂਸਟ
ਰਿਸੀਵਰ ਦੀ ਆਊਟਪੁੱਟ ਵੋਲਟੇਜ ਦੇ ਵਿੱਚ ਚੇਂਜਸ ਤੇ ਡਿਲੇ ਕਿਉਂ ਪ੍ਰੋਵਾਈਡ ਕਰਦੇ, ਜਿੱਥੇ ਡਿਲੇ ਨਹੀਂ ਕਰਦੇ, ਸੌਰੀ ਗੇਨ ਪ੍ਰੋਵਾਈਡ ਨਹੀਂ ਕਰਦੇ, ਆਟੋਮੈਟਿਕ ਗੇਨ ਕੰਟਰੋਲ ਸਿੱਧਾ ਹੀ ਵਧੀ ਜਾਊ ਆਊਟਪੁੱਟ। ਮੰਨ ਲਓ ਇਹਦੇ ਇਨਕਮਿੰਗ ਸਿਗਨਲ ਸਟਰੈਂਥ ਜਿੱਦਾਂ ਆਇਆ ਉਹਦੇ ਪ੍ਰਪੋਰਸ਼ਨਲੀ ਲੀਨੀਅਰਲੀ ਰਾਈਜ਼ ਕਰ ਗਈ, ਪਰ ਪੁਆਇੰਟ A ਤੇ B ਤੱਕ ਇਹਦੀ ਆਪਾਂ ਜ਼ਿਆਦਾ ਇੰਪੋਰਟੈਂਟ ਗੱਲ ਕਰਨੀ ਆ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਸਿੰਪਲ AGC ਕੀ ਹੈ। ਸਿੰਪਲ AGC ਇਜ਼ ਅ ਸਿਸਟਮ which will change the overall gain of the receiver automatically। ਠੀਕ ਹੈ, ਸਿੰਪਲ AGC ਕੀ ਆ, ਇਹ ਵੀ ਇੱਕ ਸਿਸਟਮ ਹੈ ਜਿਹੜਾ ਰਿਸੀਵਰ ਦਾ ਓਵਰਆਲ ਗੇਨ ਆਟੋਮੈਟਿਕਲੀ ਚੇਂਜ ਕਰੂ। ਪਤਾ ਲੱਗ ਗਿਆ, ਦਿਸ ਇਜ਼ ਡਨ ਇਨ ਆਰਡਰ ਟੂ ਕੀਪ ਦੀ, ਕਰਦੇ ਕਿਉਂ ਆ, ਤਾਂ ਕਿ ਰਿਸੀਵਰ ਦੀ ਆਊਟਪੁੱਟ ਕਾਂਸਟੈਂਟ ਰਹੇ। ਕਦੋਂ, ਈਵਨ ਵੈਨ ਦੀ ਸਿਗਨਲ ਸਟਰੈਂਥ ਐਟ ਦੀ ਇਨਪੁੱਟ, ਜਦੋਂ ਰਿਸੀਵਰ ਤੇ ਸਿਗਨਲ ਦੀ ਸਟਰੈਂਥ ਜੇ ਵੇਰੀ ਕਰੇ, ਚੇਂਜ ਕਰੇ, ਸਾਡਾ ਮਕਸਦ ਹੈ ਵੀ ਰਿਸੀਵਰ ਦੀ ਆਊਟਪੁੱਟ ਨੂੰ ਕਾਂਸਟੈਂਟ ਰੱਖਣਾ, ਹੋਈ ਜਾਵੇ ਚੇਂਜ ਤਾਂ ਅਸੀਂ ਗੇਨ ਪ੍ਰੋਵਾਈਡ ਕਰਦੇ ਆਟੋਮੈਟਿਕ। ਹੁਣ ਦੋ ਤਰ੍ਹਾਂ ਦੇ ਸਿੰਪਲ ਦੱਸਿਆ ਜੀ, ਇੱਕ ਉਹਨੇ ਡਿਲੇਡ ਦੱਸਿਆ। ਇਨ AGC ਸਿਸਟਮ ਇਹ DC ਬਾਇਸ ਵੋਲਟੇਜ ਇਜ਼ ਡਰਾਈਵਡ ਫਰੋਮ ਦੀ ਡਿਟੈਕਟਰ। ਜੇ ਮੈਂ ਤੁਹਾਨੂੰ ਦਿਖਾਣਾ, ਆਹ ਦੇਖੋ ਪਿੱਛੇ ਬਲੌਕ ਡਾਇਗਰਾਮ ਦੇਖੀ ਹੋਣੀ, ਪਿੱਛੇ ਦੇਖਦੇ ਆ, ਆਹ ਦੇਖੋ ਬਲੌਕ ਡਾਇਗਰਾਮ, ਆਹ ਦੇਖੋ, ਆਹ ਦਿੱਤਾ ਨਾ, ਪ੍ਰੋਵਾਈਡ ਕੀਤਾ ਨਾ AGC। ਹੈਲੋ, हाँ जी सर। ਇਹ ਆਟੋਮੈਟਿਕ ਗੇਨ ਕੰਟਰੋਲ ਹੈ। हाँ जी सर। IF ਮਿਕਸਰ ਲੋਕਲ ਹਰ ਮਤਲਬ ਕਹਿਣ ਦਾ ਵੀ ਕਿਸੇ ਵੀ ਸਟੇਜ ਦਾ ਗੇਨ ਘਟਿਆ ਜਾਂ ਵਧਿਆ ਇਨਕਮਿੰਗ ਸਿਗਨਲ ਦੀ ਸਟਰੈਂਥ ਤੇ ਵੱਧ ਜਾਂ ਘਟਣ ਦੇ ਨਾਲ ਇਹ ਆਟੋਮੈਟਿਕ ਗੇਨ ਕੰਟਰੋਲ ਆ। ਅਸਲ 'ਚ ਕੀ ਹੈ, ਡਰਾਈਵ ਲੈਂਦਾ ਇੱਥੋਂ ਆਊਟਪੁੱਟ ਲੈ ਕੇ ਇਦਾਂ ਬਾਇਸਿੰਗ ਕਰਦਾ ਇਹਨਾਂ ਸਟੇਜਸ ਦੀ, ਇਹਨਾਂ ਨੂੰ ਆਊਟਪੁੱਟ ਦਿੰਦਾ, ਉਹ ਮਤਲਬ ਬਾਇਸ ਕਰਦਾ, ਉਹ ਦੱਸਣ ਲੱਗਾ ਕਿੱਦਾਂ। ਠੀਕ ਹੈ, ठीक है। हेलो, AGC ਦੀ ਗੱਲ, ਹਾਂ ਇੱਥੇ AGC, ਠੀਕ ਨਹੀਂ, ਉਹ ਮੈਂ ਤਾਂ ਤੁਹਾਨੂੰ ਬਲੌਕ ਡਾਇਗਰਾਮ ਦਿਖਾ ਲਈ ਆ। ਇਹ ਇਨ ਦਾ AGC ਸਿਸਟਮ ਇਹ DC ਵੋਲਟੇਜ AGC ਬਾਇਸ ਇਜ਼ ਡਰਾਈਵਡ ਫਰੋਮ ਦੀ ਡਿਟੈਕਟਰ। ਡਿਟੈਕਟਰ ਸਟੇਜ ਤੋਂ ਅਸੀਂ ਡਰਾਈਵ ਕਰਦੇ ਹਾਂ, ਬੇਸਿਕਲੀ DC ਵੋਲਟੇਜ ਹੀ ਹੈ। and this AGC bias is thus proportional to the strength of the received signal। ਹੁਣ ਭਾਈ ਜਿੰਨਾ ਸਿਗਨਲ ਰਿਸੀਵ ਕੀਤਾ ਉਹਦੇ ਪ੍ਰਪੋਰਸ਼ਨਲ ਹੀ ਜਿਹੜਾ AGC ਨੇ ਬਾਇਸ ਕੱਢਣਾ, ਜਾਨੀ DC ਵੋਲਟੇਜ ਕੱਢਣੀ। ਔਰ ਇਹ ਫਿਰ ਅਸੀਂ ਦੇ ਦੇਣੇ ਆ ਸਿਲੈਕਟਡ ਨੰਬਰ ਆਫ RF ਨੂੰ, IF ਐਂਪਲੀਫਾਇਰ ਨੂੰ ਤੇ ਮਿਕਸਰ ਸਟੇਜ ਨੂੰ। ਜਿਹੜਾ AGC ਬਾਇਸ ਹੈ is applied to a selected number of RF, IF and mixer stages। ਔਰ ਇਹਨਾਂ ਇਹਦੇ ਦੇਣ ਨਾਲ ਕੀ ਹੁੰਦਾ, AGC ਜਦੋਂ ਬਾਇਸ ਦਿੰਦੇ, ਜਾਨੀ DC ਵੋਲਟੇਜ ਹੈ ਨਾ, ਤਿੰਨਾਂ ਸਟੇਜਾਂ ਨੂੰ ਦਿੰਦੇ ਆ ਅਸੀਂ, ਇਹਦੇ ਦੇਣ ਨਾਲ ਕੀ ਹੋਣਾ, ਇਹਨਾਂ ਦੇ ਵਿੱਚ FET ਲੱਗੇ ਆ, ਟਰਾਂਜਿਸਟਰ ਲੱਗੇ ਆ। ਠੀਕ ਹੈ, ਉਹਨਾਂ ਦੀ ਕੀ ਕਰਨਾ, ਉਹਨਾਂ ਦਾ ਟਰਾਂਜਿਸਟਰ ਦੇਖੋ, ਦੀ ਟਰਾਂਸ ਕੰਡਕਟੈਂਸ ਐਂਡ ਹੈਂਸ ਦੀ ਗੇਨ of the devices connected in these stages is dependent on the applied AGC bias। ਆ AGC ਬਾਇਸ ਦੇਣ ਦੇ ਨਾਲ ਜਿਹੜਾ ਅਸੀਂ ਡਿਟੈਕਟਰ ਤੋਂ ਡਰਾਈਵ ਕਰਦੇ ਹਾਂ, ਕਿਸੇ ਦੀ DC ਵੋਲਟੇਜ ਆ, ਇਹ ਦੇਣੀ ਕਿਹਨੂੰ ਆ, RF ਨੂੰ, IF ਨੂੰ ਤੇ ਮਿਕਸਰ ਸਟੇਜਾਂ ਨੂੰ। ਜਦੋਂ ਇਹਨਾਂ ਨੂੰ ਦਿੰਨੇ ਆ, ਇਹਨਾਂ ਦੀ ਆਹ ਚੀਜ਼ ਜਿਹੜੀ ਆ ਉਹ ਡਿਪੈਂਡ ਕਰਦੀ ਆ ਟਰਾਂਸ ਕੰਡਕਟੈਂਸ FET ਦੀ, ਜਾਂ ਗੇਨ ਵੀ ਹੁੰਦਾ, ਤੇ ਜਿਹੜਾ ਟਰਾਂਜਿਸਟਰ ਲੱਗਾ ਜਾਂ ਈਵਨ ਵਰੈਕਟਰ ਡਾਇਓਡ ਵੀ ਵਿੱਚ ਹੋ ਸਕਦਾ, ਜਾਂ FET ਜਾਂ ਟਰਾਂਜਿਸਟਰ ਵੀ ਹੋ ਸਕਦਾ। ਉਹਨਾਂ ਦੀ ਟਰਾਂਸ ਕੰਡਕਟੈਂਸ ਤੇ ਉਹਨਾਂ ਦਾ ਗੇਨ ਜਿਹੜੀਆਂ ਇਸ ਸਟੇਜ ਦੇ ਵਿੱਚ ਲੱਗੀਆਂ ਡਿਵਾਈਸਿਸ, ਉਹ ਡਿਪੈਂਡ ਕਰਦਾ AGC ਬਾਇਸ ਤੇ ਵੀ ਕਿੰਨਾ ਦਿੱਤਾ ਸੀ ਉਹ। ਠੀਕ ਹੈ, ਤੋ ਰਿਜ਼ਲਟ ਆਫ ਦੀ ਸਿੰਪਲ AGC ਆਪਨੇ ਸ਼ੋ ਕੀਤਾ, ਰਿਸੀਵਰ ਗੇਨ ਇਜ਼ ਆਟੋਮੈਟਿਕਲੀ ਰਿਡਿਊਸਡ ਐਜ਼ ਦੀ ਇਨਪੁਟ ਸਿਗਨਲ ਬਿਕਮਸ ਮੋਰ ਐਂਡ ਮੋਰ ਸਟਰੋਂਗ। ਤੋਂ ਪਤਾ ਲੱਗ ਗਿਆ ਆਟੋਮੈਟਿਕਲੀ ਵਰਡ ਆਇਆ ਵੀ ਜਿੱਦਾਂ ਰਿਸੀਵਰ, ਜੇ ਮੈਂ ਦੱਸਿਆ ਸੀ ਨਾ ਕਿ ਜਿੱਦਾਂ ਇਨਪੁਟ ਸਿਗਨਲ ਸਟਰੈਂਥ ਵਧਦਾ, ਜਿੱਥੇ AGC ਪ੍ਰੋਵਾਈਡ ਕੀਤੀ ਆ ਉਹ ਗੇਨ ਘਟ ਜਾਣਾ, ਬਾਅਦ 'ਚ ਆਊਟਪੁੱਟ ਘਟੀ, ਗੇਨ ਘਟ ਜਾਣਾ, ਤੇ ਫਿਰ ਆਊਟਪੁੱਟ ਜਿਹੜੀ ਕਾਂਸਟੈਂਟ ਹੋ ਜਾਏਗੀ। ਜਿਹੜਾ ਗੇਨ ਹੁੰਦਾ ਆਊਟਪੁੱਟ ਬਟੇ ਇਨਪੁਟ ਹੁੰਦਾ, ਇਨਪੁਟ ਦੇ ਮੁਕਾਬਲੇ ਆਊਟਪੁੱਟ ਜਿਹੜੀ ਆ, ਆਊਟਪੁੱਟ ਬਟੇ ਇਨਪੁਟ, ਉਹ ਗੇਨ ਹੋ ਗਿਆ। ਠੀਕ ਹੈ, ਪਰ ਅਸੀਂ ਕਹਿੰਦੇ ਕਿ ਜੇ ਇਨਪੁਟ ਵਧੀ ਜਾਵੇ ਆਊਟਪੁੱਟ ਕਾਂਸਟੈਂਟ, ਫਿਰ ਗੇਨ ਸਾਡਾ ਕਾਂਸਟੈਂਟ ਹੋ ਗਿਆ। ਇਟ ਮੀਨ ਸਾਰੀ ਆਊਟਪੁੱਟ ਜਿਹੜੀ ਆ ਉਹ ਵੀ ਕੰਟਰੋਲ ਹੋ ਜਾਏਗੀ, ਆਊਟਪੁੱਟ ਕਾਂਸਟੈਂਟ ਹੋ ਜਾਏਗੀ। ਪਤਾ ਲੱਗ ਗਿਆ। Simple AGC characteristic is clearly an improvement over the AGC। No AGC naturally ਜੇ ਭਾਵੇਂ ਅਸੀਂ ਸਿੰਪਲ ਵੀ ਲਗਾਇਆ ਆਟੋਮੈਟਿਕ ਗੇਨ ਕੰਟਰੋਲ
पर सिंपल AGC भी वधिया आ किहदे नालों, जिथे असीं बिल्कुल ही नहीं अप्लाई करते, नो AGC। बट इट्स डिसएडवांटेज की आ, रिडक्शन इन द गेन ऑफ द रिसीवर विल टेक प्लेस ईवन फॉर द वीक सिग्नल्स। पर ਇਹਦਾ ਸਿੰਪਲ AGC ਦਾ ਡਿਸਐਡਵਾਂਟੇਜ ਹੈਗਾ ਵੀ ਜਿਹੜਾ ਵੀਕ ਸਿਗਨਲ ਹੈ ਰਿਸੀਵਰ ਨੂੰ ਮਿਲਦਾ ਉਹਦੇ ਵਿੱਚ ਵੀ ਗੇਨ ਘਟਾਉਣ ਦਾ, मतलब रिसीवर का गेन घटाता जे वीक सिग्नल हो। सो कंपेयर मतलब सिंपल है जी, देखो स्ट्रोंग सिग्नल का तो इन गेन घटाना ही घटाना, नाल वीक का भी घटाने का ये प्रॉब्लम है। सो इस जे करैक्टरिस्टिक्स नूं असीं आइडियल AGC नाल कंपेयर करिए, आइडियल मैंने परफेक्ट आदर्श, जिथे जां वेयर नो AGC इज अप्लाइड अप टू सर्टन स्ट्रेंथ ऑफ द इनपुट सिग्नल, जिथे कोई AGC अप्लाई नहीं करते इनपुट सिग्नल की सर्टन स्ट्रेंथ पे, और उस तो बाद आफ्टर दैट AGC असीं अप्लाई करते हैं ताकि आउटपुट रिसीवर की कॉन्सटेंट रहे। जानी ए तो बाद जिदा ही इनपुट सिग्नल इतों इत्थे तक तो असीं AGC अप्लाई ही नहीं करते, ये तो बाद ही अप्लाई करते हैं तो आउटपुट कॉन्सटेंट रहती है। इदा ही जिहड़ा डिलेड है असीं B तक मतलब ऑटोमैटिक गेन कंट्रोल प्रोवाइड ही नहीं करते, ये तो बाद ही करते हैं तो फिर थोड़े जे डिले पा के वो कॉन्सटेंट रहती है। क्लीयर हुई गल? हेलो हाँ जी हेलो, यस सर। ठीक है नहीं? सिंपल AGC जिहड़ा सर्किट आ असीं लो कॉस्ट डोमैस्टिक रेडियो रिसीवर च यूज़ करते हैं, जिहड़ा थोड़ा जिहा कॉस्टली आ आइडियल आ जां वधिया आ वो हाई कॉस्ट विच करते हैं। डिसएडवांटेज की ने सिंपलिसिटी लो कॉस्ट डोमैस्टिक रेडियो रिसीवर दे विच असीं इहनूं यूज़ कर लें। डिसएडवांटेज की आ? डिसएडवांटेज है बई मतलब सिंपल AGC इज नॉट इज दैट भी सिर्फ स्ट्रोंग सिग्नल का इन्हें गेन नहीं घटाना, जद के वीक का भी घटाने की नाल वो भी अटैनूएट कर देंगे। हुण आइडियल की है जिहड़ा आदर्श आ परफेक्ट है, जिस कोई लॉस नहीं, वो शो की भी ए पॉइंट तक तो असीं कोई गेन नहीं देंगे, ए तो बाद जो दिंदे आ मतलब ऑटोमैटिक गेन कंट्रोल अप्लाई करते फिर आउटपुट कॉन्सटेंट हो जाए, तो वो ए पोर्शन तक ओ तो स्टार्ट होंदी ए तक, उत्थे तक फॉर द वीक इनपुट सिग्नल असी कोई वीक इनपुट का सिग्नल मतलब उसे उत्ते अजे इनपुट घट आ ओ ए तक आ देखो आ इत्थे तक इन्नी घट आ, जानी अगे गां वधी इदां, ठीक है? ਇਹਦਾ मतलब वीक इनपुट सिग्नल ते असी कोई गेन ऑटोमैटिक गेन कंट्रोल नहीं अप्लाई करते, ठीक है? सो देयर इज नो गेन रिडक्शन फॉर वीक सिग्नल, तो वीक सिग्नल वास्ते कोई गेन की रिडक्शन होंदी ही नहीं। पर पॉइंट ए तो बाद जिहड़ा AGC है वो असीं इनफोर्स करते हैं, उत्थे लगा दीदा फिर असीं ताकि रिसीवर की आउटपुट जिहड़ी वो कॉन्सटेंट हो, पता लग गया? इस करके स्ट्रोंग सिग्नल ए तो बाद स्ट्रोंग ही सिग्नल बनता ना इनपुट, फिर जिते स्ट्रोंग सिग्नल आ गेन ऑटोमैटिकली घट जाना तो आउटपुट जिहड़ी वो कॉन्सटेंट हो, पता लग गया? समझ आ गई? हाँ जी सर। जिथे तक डिलेड AGC का सवाल है, डिलेड 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 मैंने थोड़ा जिहा लेट सीधी डिलेड AGC उत्थे करैक्टरिस्टिक देखी आ, AGC बायस इज नॉट अप्लाइड अंटिल इनपुट स्ट्रेंथ, AGC असीं दिंदे नहीं जद तक वो सिग्नल स्ट्रेंथ जिहड़ी B तक नहीं पहुँच जाती, जो जिहड़ा प्री डिटरमिनड लैवल है पॉइंट B है उत्थे तक जद तक इनपुट सिग्नल की स्ट्रेंथ पहुँचती आ उस तो पहला जाने B तो पहला असीं दिंदे ही नहीं, B तो बाद ही असीं AGC ऑटोमैटिक गेन कंट्रोल प्रोवाइड करते हैं, ठीक है? तो आफ्टर दिस लैवल जिहड़ा पॉइंट B आ उस तो बाद AGC असीं जदों अप्लाई करते हैं तो सिंपल AGC बट मोर स्ट्रोंगली, जस्ट लाइक सिंपली पर मोर स्ट्रोंगली। तो दी प्रॉब्लम ऑफ रिड्यूसिंग द रिसीवर गेन फॉर द वीक सिग्नल, इत्थे मतलब जिहड़ा वीक सिग्नल वास्ते जिहड़ा ਉਹਦਾ गेन घटदा सी वो इत्थे प्रॉब्लम जिहड़ी आ खत्म हो गई। सो डिलेड AGC इज नॉट यूज्ड इन द लो कॉस्ट रेडियो रिसीवर, इट इज यूज्ड इन हाई क्वालिटी रिसीवर्स लाइक कम्युनिकेशन रिसीवर्स। तो कम्युनिकेशन उत्थे असीं AGC डिलेड AGC प्रोवाइड करते, जिद्दां आ 3.62 की गल कीती आ सर्किट दिता, इत्थे एक आ AGC डायोड कहता ऑटोमैटिक गेन कंट्रोल, आ वरेक्ट डिटेक्टर डायोड है, इनू आ पिछों एक IF एंपलीफायर है, यदी इनपुट देने कैपेसिटर के थ्रू कपल करते हैं, तो इधरला आ नोड पॉजिटिव है विद रिस्पैक्ट टू आ नोड, यदि आ नैगेटिव एंड है, तो जो तो इनपुट सिग्नल की स्ट्रेंथ ज़्यादा हुई ये डायोड का P पॉजिटिव बन जाना, एन नैगेटिव है ये कंडक्टर अपना करना, ठीक है ना? आप बाइसिंग करते हैं इहदे नाल, इन्हां FET नूं भी, ठीक है ना? सॉरी ट्रांजिस्टर में इन्हां बाइसिंग कर दी है,
ਜਿਹੜੀ VC ਸਪਲਾਈ ਇਹਨੂੰ ਵੀ ਠੀਕ ਹੈ। ਆ ਦੇਖ ਐਡਜਸਟੇਬਲ ਪੋਜ਼ਿਟਿਵ ਬਾਇਸ DC ਵੋਲਟੇਜ ਅਪਲਾਈਡ ਟੂ ਦੀ ਕੈਥੋਡ ਆਫ ਦੀ AGC। ਉੱਪਰ AGC ਜਿਹੜਾ ਡਾਇਓਡ ਆ ਤੇ ਜਦੋਂ ਜਿਹੜਾ ਐਨੋਡ ਆਫ ਦਿਸ ਡਾਇਓਡ ਇਜ਼ ਕਨੈਕਟਡ ਟੂ ਦੀ ਆਊਟਪੁੱਟ ਆਫ ਦਾ ਲਾਸਟ IF amplifier through the coupling capacitor. R3 C3 is filter with which filters out any high frequency signal appearing at the node of the AGC. ਇੱਥੇ R3 ਤੇ C3 ਆ ਦੇਖੋ ਕਿੱਥੇ ਆ ਦੇ R3 C3 ਫਿਲਟਰ ਦਾ ਕੰਮ ਕਰਦੇ ਆ। ਹਾਈ ਫ੍ਰੀਕੁਐਂਸੀ ਕੰਪੋਨੈਂਟ ਨੂੰ ਇਹਦੇ ਵਿੱਚੋਂ ਕੱਢ ਦੇਣਾ ਐ ਨੂੰ, ਕਿਉਂਕਿ ਕਪੈਸਿਟਰ ਸ਼ੰਟ 'ਚ ਲੱਗਾ ਉਹਨੇ ਸ਼ਾਰਟ ਹੋ ਜਾਣਾ ਹਾਈ ਫ੍ਰੀਕੁਐਂਸੀ ਵੇਲੇ, ਇਸ ਕਰਕੇ ਹਾਈ ਫ੍ਰੀਕੁਐਂਸੀ ਕੰਪੋਨੈਂਟ ਐ ਨੂੰ ਬਾਈਪਾਸ ਹੋ ਜਾਣਾ। ਪਤਾ ਲੱਗ ਗਿਆ, ਸਮਝ ਆ ਗਈ? हाँ, is filter which filter out high frequency signal appearing at the node of the AGC. If the input signal is weak, ਤੇ ਜੇ ਇਨਪੁਟ ਸਿਗਨਲ ਵੀਕ ਹੈ ਜਿਹੜਾ ਨੋਡ AGC ਦਾ ਉਹ ਲੈਸ ਪੋਟੈਂਸ਼ੀਅਲ ਤੇ ਆ, ਮਤਲਬ ਉਹਦਾ ਕੈਥੋਡ ਜਿਹੜਾ ਉਹ ਹਾਈ ਪੋਟੈਂਸ਼ੀਅਲ ਤੇ ਆ, ਤੇ ਇਹਦਾ ਮਤਲਬ ਕੈਥੋਡ ਜ਼ਿਆਦਾ ਵੋਲਟੇਜ ਤੇ ਆ ਤੇ ਅਨੋਡ ਘੱਟਦੇ ਆ, ਤੇ ਡਾਇਓਡ ਆਫ ਹੋਣਾ, AGC ਡਾਇਓਡ ਆਫ ਹੋ ਜਾਣਾ, ਆਊਟਪੁੱਟ ਮਿਲਣੀ ਨਹੀਂ। ਪਰ ਜੇ ਇਨਪੁਟ ਸਿਗਨਲ ਸਟਰੈਂਥ ਜ਼ਿਆਦਾ ਆ, ਉਹ ਇਹਦਾ AGC ਡਾਇਓਡ ਨੇ ਫਾਰਵਰਡ ਬਾਇਸ ਕਰ ਜਾਣਾ और वो कंडक्ट कर जाना, फिर सानू उत्ते आउटपुट मिल जाना। और सो दी AGC आउटपुट वोल्टेज विल बी कांस्टेंट इक्वल टू VV प्लस VD। इत्थे VD की आ ऑन स्टेट वोल्टेज, VV की आ जिहड़ी असीं ओनू डायोड नू बायसिंग वास्ते वोल्टेज दित्ती आ, DD की आ जदों डायोड ने कंडक्ट करना ਉਹਦੇ ऑन स्टेट वोल्टेज है किन्नी, मतलब ਇਹਨਾਂ ਦੋਨਾਂ ਦਾ ਸਮਝ ਆਊਗਾ ਤਾਂ ਕੰਡਕਟ ਕਰੂਗਾ। Thus the delayed AGC circuit does not reduce the gain for weak signals and reduce the gain only for strong signal. ਸੋ ਜਿਹੜਾ ਡਿਲੇਡ AGC ਸਰਕਟ ਆ ਉਹ ਵੀਕ ਸਿਗਨਲ ਦਾ ਗੇਨ ਨਹੀਂ ਘਟਾਉਂਦਾ, ਜਦ ਕਿ ਗੇਨ ਘਟਾਉਂਦਾ ਕਿਹਦਾ, ਸਿਰਫ ਸਟਰੋਂਗ ਸਿਗਨਲ ਦਾ। ਹੈਂਸ ਕਰੈਕਟਰਿਸਟਿਕਸ ਆਫ ਡਿਲੇਡ AGC ਇਜ਼ ਅਪਰੋਕਸੀਮੇਟਲੀ ਸੇਮ ਐਜ਼ ਦੀ ਆਈਡੀਅਲ AGC। ਇਸੇ ਕਰਕੇ ਪਰਫੈਕਟ ਜਿੱਦਾਂ ਆਦਰਸ਼ ਆ, ਜਿੱਦਾਂ ਦੀ ਕਰੈਕਟਰਿਸਟਿਕਸ ਉਹਦੀ ਆ ਉਦਾਂ ਦੀ ਇਹਦੀ ਆ, ਸਲਾਈਡ ਜਿਹਾ ਥੋੜਾ ਜਿਹਾ ਫਰਕ ਹੈ, ਠੀਕ ਹੈ, ਉਹਨੂੰ ਕਹਿੰਦਾ ਡਿਲੇਡ। तो we can adjust point B on the characteristics of delayed AGC by adjusting the delay potentiometer। ਉਹ ਇੱਥੇ ਦਿੱਤਾ ਹੋਣਾ delay adjust potentiometer, ਆ ਦੇ ਕਿੱਥੇ ਆ, ਯੈਸ ਵੋਲਿਊਮ ਕੰਟਰੋਲ ਇਹ ਹੋ ਗਿਆ, ਉਹ ਲਿਆ ਉੱਪਰ ਆ ਦੇ ਐਡਜਸਟ delay, ਠੀਕ ਹੈ ਨਾ, ਇਸੇ ਤੇ delay adjust ਕਰ ਸਕਦੇ। ਪਤਾ ਲੱਗ ਗਿਆ? ਹੈਲੋ हाँ बच्चों, यस सर। हुण ਇਹਦੇ एडवांटेज की ने, गेन इज नॉट रिड्यूस्ड फॉर वीक सिग्नल्स। डिलेड AGC ਦੇ एडवांटेज कम्युनिकेशन रिसीवर ਚ ਵੀ ਯੂਜ਼ ਕਰਦੇ ਆ, ਯਾਨੀ ਵੀਕ ਸਿਗਨਲ ਜਿੱਦਾਂ ਸਿੰਪਲ AGC ਸੀਗਾ ਉਹਦੇ ਵਿੱਚ ਵੀਕ ਸਿਗਨਲ ਦਾ ਸਟਰੋਂਗ ਸਿਗਨਲ ਦਾ ਤਾਂ ਗੇਨ ਘਟਣਾ ਹੀ ਘਟਣਾ, ਵੀਕ ਦਾ ਵੀ ਘਟ ਜਾਂਦਾ। ਅਸਲ 'ਚ ਗੇਨ ਘਟਾਉਂਦੇ ਕਿਉਂ ਆ ਅਸੀਂ? ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਸਾਰੇ ਰੇਡੀਓ ਰਿਸੀਵਰ ਦੇ ਉੱਪਰ ਜਿਹੜੇ ਸਿਗਨਲ ਹੈ ਬਹੁਤ ਸਾਰੇ ਸਟੇਸ਼ਨ ਤੋਂ ਜਦੋਂ ਆਉਂਦੇ ਆ, ਕਿਸੇ ਸਿਗਨਲ ਦਾ ਸਟਰੈਂਥ ਜ਼ਿਆਦਾ ਕਿਸੇ ਦੀ ਘੱਟ, ਪਰ ਜੇ ਅਸੀਂ ਰਿਸੀਵਰ ਦਾ ਆਪਣੇ ਦਾ ਗੇਨ ਕੌਨਸਟੈਂਟ ਰੱਖਾਂਗੇ ਸਾਡੇ ਲਈ ਪ੍ਰੋਬਲਮ, ਕਿਉਂਕਿ ਵੱਧ ਸਿਗਨਲ ਜਦੋਂ ਆਇਆ ਇਨਕਮਿੰਗ ਸਟ੍ਰਿੰਗ ਦੀ ਸਟਰੈਂਥ ਵਧੀ ਤੇ ਆਊਟਪੁੱਟ ਫਲਕਚੁਏਟ ਕਰੂਗੀ, ਘਟੂਗੀ ਤਾਂ ਵੀ ਘਟੂਗੀ, ਉਹ ਸਾਨੂੰ ਅੱਛਾ ਨਹੀਂ ਲੱਗੂਗਾ। ਤਾਂ ਫਿਰ ਅਸੀਂ ਕੀ ਕਹਿੰਦੇ ਆ ਵੀ ਇਨਪੁੱਟ ਸਿਗਨਲ ਜੇ ਘਟ ਗਿਆ ਤੇ ਗੇਨ ਰਿਸੀਵਰ ਵਧਾ ਦੇਵੇ, ਤੇ ਜੇ ਇਨਪੁੱਟ ਸਿਗਨਲ ਵਧਿਆ ਤੇ ਗੇਨ ਰਿਸੀਵਰ ਘਟਾ ਦੇਵੇ। ਉਹ AGC ਆ, ਔਰ ਉਹ ਦੋ ਤਰ੍ਹਾਂ ਦੀ ਆ, ਇੱਕ ਸਿੰਪਲ ਤੇ ਇੱਕ ਡਿਲੇਡ। ਪਤਾ ਲੱਗ ਗਿਆ? ਡਿਲੇਡ ਦੀ ਗੱਲ ਇਹ ਆ ਵੀ ਉਹਦਾ ਗੇਨ ਜਿਹੜਾ ਵੀਕ ਸਿਗਨਲ ਦਾ ਉਹ ਰਿਡਿਊਸ ਨਹੀਂ ਕਰਦਾ, ਇਹ ਪਲੱਸ ਪੁਆਇੰਟ ਹੈ, ਸਿਰਫ ਸਟਰੋਂਗ ਸਿਗਨਲ ਦੇ ਗੇਨ ਨੂੰ ਰਿਡਿਊਸ ਕਰਦਾ। ਔਰ ਇਹਦੀ ਕਰੈਕਟਰਿਸਟਿਕ ਆਈਡੀਅਲ AGC ਕਰੈਕਟਰਿਸਟਿਕਸ ਦੇ ਬਿਲਕੁਲ ਕਲੋਜ਼ ਹੈ, ਤੇ ਡਿਲੇਡ AGC ਦੀ ਜਿਹੜੀ ਕਰੈਕਟਰਿਸਟਿਕਸ ਆ ਉਹ ਐਡਜਸਟੇਬਲ ਆ, ਆਪਾਂ ਵੇਰੀਏਬਲ ਰਜਿਸਟਰ ਲਗਾ ਕੇ ਉਹਨੂੰ ਐਡਜਸਟ ਕਰ ਸਕਦੇ। ਕਲੀਅਰ ਬੱਚੋ? ਹਾਂਜੀ ਸਰ। ਹਾਂ, ਹੁਣ ਇਹ ਤੁਹਾਡਾ ਹਾਂਜੀ ਸਰ, ਕਲੀਅਰ। ਇਹ ਜਿਹੜੇ AM ਤੇ FM ਪਹਿਲਾਂ ਟਰਾਂਸਮਿਟਰ ਖਤਮ ਕੀਤੇ ਆ, ਤੇ ਹੁਣ ਆਪਾਂ AM FM ਰਿਸੀਵਰ ਖਤਮ ਕਰ ਦਿੱਤੇ। ਪਤਾ ਲੱਗ ਗਿਆ? ਮੈਂ ਦੁਬਾਰਾ ਫਿਰ ਦੇਖ ਲੈਣਾ ਸਿਲੇਬਸ ਇਹਦਾ, ਇਹਦੇ ਵਿੱਚ ਬਲੌਕ ਡਾਇਗਰਾਮ ਆਫ FM ਰਿਸੀਵਰ, ਫੰਕਸ਼ਨ ਆਫ ਈਚ ਬਲੌਕ ਦੱਸਤਾ, ਵੇਵ ਫਾਰਮਸ ਐਂਡ ਆਊਟਪੁੱਟ ਆਫ ਡਿਫਰੈਂਟ ਬਲੌਕਸ ਉਹ ਵੀ ਦੱਸਤਾ, ਨੀਡ ਫॉर ਲਿਮਿਟਿੰਗ ਐਂਡ ਡੀ-ਐਮਫਸਿਸ ਇਨ ਦੀ FM ਰਿਸੈਪਸ਼ਨ, ਮੈਂ ਲਿਮਟਰ ਦਾ ਰੋਲ ਦੱਸਤਾ, ਡੀ-ਐਮਫਸਿਸ ਦਾ ਵੀ ਦੱਸਤਾ। ਡੀ-ਐਮਫਸਿਸ ਹੈ ਨਾ ਵੀ ਜਿੱਦਾਂ ਆਪਾਂ ਟਰਾਂਸਮਿਸ਼ਨ ਵੇਲੇ ਮੋਡੂਲੇਸ਼ਨ ਵੇਲੇ ਪ੍ਰੀ-ਐਮਫਸਿਸ ਕਰਦੇ ਹਾਂ, ਜਿਹੜੀਆਂ ਮੋਡੂਲੇਟਿੰਗ ਸਿਗਨਲ ਫ੍ਰੀਕੁਐਂਸੀਜ਼ ਹੈ ਉਹਦੀ ਹਾਇਰ ਫ੍ਰੀਕੁਐਂਸੀ ਨੂੰ ਅਸੀਂ ਗੇਨ ਵਧਾ ਕੇ ਟਰਾਂਸਮਿਟ ਕਰਦੇ ਨੇ,
ਠੀਕ ਹੈ, ਤੇ 2122 ਹਰਟਜ਼ ਤੋਂ ਲੈ ਕੇ 15 ਕਿਲੋ ਹਰਟਜ਼ ਤੱਕ ਗੇਨ ਵਧਾ ਦੇਣੇ ਆ। ਤੇ ਰਿਸੀਵਿੰਗ ਐਂਡ ਤੇ ਕੀ ਆ, ਉਲਟਾ ਉਹਨਾਂ ਹੀ ਗੇਨ ਘਟਾ ਦੇਣਾ, ਇਹਨੂੰ ਬੋਲਦੇ ਡੀ ਐਮਫੈਸਿਸ। ਪਤਾ ਲੱਗ ਗਿਆ, ਸਮਝ ਆ ਗਈ? ਹੈਲੋ, ठीक है सर। ਹਾਂ। ਹੁਣ ਆਪਾਂ ਇਹਦਾ ਇੱਕ ਟੌਪਿਕ ਰਹਿ ਗਿਆ, ਨੈਕਸਟ ਟਾਈਮ ਪੜਾਂਗੇ ਬਲੌਕ ਡਾਇਗਰਾਮ ਆਫ ਕਮਿਊਨੀਕੇਸ਼ਨ ਰਿਸੀਵਰਸ, ਡਿਫਰੈਂਸਸ ਵਿਦ ਰਿਸਪੈਕਟ ਟੂ ਬ੍ਰੌਡਕਾਸਟ ਰਿਸੀਵਰਸ। ਓਕੇ, ਇਹ ਪੜ੍ਹ ਲਾਂਗੇ। ਮੈਂ ਆਟੋਮੈਟਿਕ ਗੇਨ ਕੰਟਰੋਲ ਦੀ ਗੱਲ ਕਰ ਦਿੱਤੀ ਹੈ, ਸਿੰਪਲ ਤੇ ਡਿਲੇਡ ਏਜਸ ਦੀ ਵੀ ਗੱਲ ਕਰਤੀ ਹੈ। ਸੋ ਇਹ ਤੁਹਾਡਾ AM ਤੇ FM ਜਿਹੜਾ ਰੇਡੀਓ ਰਿਸੀਵਰ ਹੈ, ਇਹਦੇ ਵਿੱਚ ਸਿਰਫ ਇੱਕ ਟੌਪਿਕ ਰਹਿ ਗਿਆ। ਪਤਾ ਲੱਗ ਗਿਆ? ठीक है सर जी। ਹਾਂ, ਉਹ ਹੈਗਾ ਕਮਿਊਨੀਕੇਸ਼ਨ ਰਿਸੀਵਰ ਤੇ ਬ੍ਰੌਡਕਾਸਟ ਰਿਸੀਵਰਸ, ਦੋਨਾਂ 'ਚ ਫਰਕ ਕੀ ਆ, ਇਹ ਆਪਾਂ ਨੈਕਸਟ ਟਾਈਮ ਗੱਲ ਕਰਾਂਗੇ। ਐਨੀ ਪ੍ਰੋਬਲਮ ਬੋਲੋ ਕੋਈ? ਬੱਚੇ ਸਿਰਫ 3 ਜੁੜੇ ਆ, ਔਰ ਮੈਂ ਨਾ ਤੁਹਾਡਾ, ਮੈਨੂੰ ਸਮਝ ਨਹੀਂ ਆਉਂਦੀ। ਸਹਿਜਵੀਰ ਤੂੰ ਨਕੰਮਾ, ਤੂੰ ਮੈਂ ਤੇਰੇ ਪਿਓ ਕੋ ਦੱਸਣਾ, ਤੂੰ ਲੇਟ ਜੁੜਦਾ, ਔਰ ਪੁਲਕਤ ਤੇਤੋਂ ਵੀ ਲੇਟ ਜੁੜਦਾ। ਪਹਿਲਾਂ ਇੱਕ ਬੱਚਾ ਨੈਟਵਰਕ ਕੱਟ ਆਫ ਹੋ ਗਿਆ, ਜਿਹੜਾ ਪਹਿਲਾਂ ਸਭ ਤੋਂ ਬੱਚਾ ਜੁੜੇ ਸੀ ਉਹਦਾ ਨਾਂ ਕੀ ਸੀ? सर मैं आ गया थी सर, 1:15 पे आ गया थी सर मैं। ਪਹਿਲਾਂ 4 ਜਿਹੜੇ ਜੁੜੇ ਸੀ, ਕੌਸ਼ਿਕ ਹੀ सर मैं भी एक 3 ਬੱਚੇ ਜੁੜਦੇ। ਦੱਸੋ ਕਿੰਨਾ ਮਜ਼ਾਕ ਬਣਾਇਆ ਤੁਸੀਂ। सर ਹਾਂ ਬੋਲੋ। सर मैं 1:15 बजे तक आ गया सीगा, मैं सारा लेक्चर अटेंड किया आज। ਉਹ ਤੂੰ ਨਾ ਸਮਾਰਟ ਆ, ਮੈਂ ਦੱਸਾਂ, ਮੈਨੂੰ ਪਤਾ ਤੇਰਾ ਲੇਟ ਜੁੜਦਾ। ਮੈਂ ਕਿੰਨਾ ਚਿਰ ਲਾ ਕੇ ਬੈਠਾ ਰਹਿਣਾ। ਮੈਂ ਤੈਨੂੰ ਇੱਕ ਮੌਕਾ ਦੇਣਾ, ਨਹੀਂ ਤਾਂ ਬਾਪੂ ਤੇ ਮੰਮੀ ਕੋ ਦੱਸ ਦੂੰਗਾ। ਆ ਪੁਲਕਤ ਦੇ ਵੀ ਮੰਮੀ ਤੇਰੇ ਨਾਲ ਗੱਲ ਕਰੂੰਗਾ। ਚਲੋ ਹੁਣ सर मैं सर 1:15 आ गया थी। प्रॉब्लम कोई एनी नो क्वेश्चन? सर, नहीं सर, कोई क्वेश्चन नहीं। स्टॉप कर दे कोई क्वेश्चन नहीं। हाँ जी सर। स्क्रीनशॉट ले लो, स्क्रीनशॉट ले लिया सर। स्क्रीनशॉट ले लिया? हाँ बच्चे, जी सर। ओके, गोइंग टू एंड। यस सर।